हाँ जी, सत श्री अकाल। मैं कुलदीप सिंह सिद्धू ਤੇ ਆਪਾਂ ਲਗਾਤਾਰ ਡਿਸਕਸ ਕਰ ਰਹੇ ਹਾਂ PSSB ਕਲਰਕ ਦੇ ਬਹੁਤ ਸਾਰੇ ਪੇਪਰ ਆ ਰਹੇ ਆ ਪੰਜਾਬ ਦੇ ਵਿੱਚ। ਉਹਨਾਂ ਦੇ ਲਈ ਆਪਾਂ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਕਲੈਰੀਕਲ ਦੀਆਂ ਪੋਸਟਾਂ ਦੇ ਲਈ ਪੁਰਾਣੇ ਸਾਰੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਉਸੇ ਲੜੀ ਦੇ ਵਿੱਚੋਂ ਹੀ ਇਹ ਤੀਸਰਾ ਪਾਰਟ ਹੈ। 2 ਪਾਰਟ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ। ਸੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬ ਕੋਆਪਰੇਟਿਵ ਬੈਂਕ ਕਲਰਕ ਦਾ ਪੇਪਰ ਹੋਇਆ ਸੀ ਜਿਹੜਾ 2016 ਵਾਲਾ। ਠੀਕ ਹੈ, ਸੋ ਇਹਦੇ ਕੁਐਸਚਨ ਦੇਖਦੇ ਹਾਂ। ਬਹੁਤ ਵਧੀਆ ਕੁਐਸਚਨ ਆਏ ਹੋਏ ਸੀ, ਇਹਦੇ ਥੋੜੇ ਜਿਹੇ ਘੁਮਾ ਕੇ ਪਾਏ ਹੋਏ ਸੀ। ਠੀਕ ਹੈ, ਕਲੈਰੀਕਲ ਦੀਆਂ ਪੋਸਟਾਂ ਨੇ। ਹੁਣ ਇਹ ਤਾਂ ਨਹੀਂ ਆਪਾਂ ਕਹਿਣਾ ਵੀ ਇਹ ਤਾਂ ਜੀ ਬੈਂਕ ਦਾ ਪੇਪਰ ਹੈ, ਜਾਂ ਅਸੀਂ ਆਪ ਦੀਆਂ ਧਾਰਨਾਵਾਂ ਬਣਾ ਲੈਂਦੇ ਹਾਂ ਕਿ ਜੀ ਇਹਨਾਂ ਨੇ ਕੋਆਪਰੇਟਿਵ ਬੈਂਕ ਨੇ ਤਾਂ ਹੋਰ ਪੇਪਰ ਪਾਇਆ ਸੀ, ਇਹਨਾਂ ਦਾ ਲੈਵਲ ਐਵੇਂ ਦਾ ਸੀ, ਹੈ ਨਾ। ਸੋ ਲੈਵਲ ਕਲੈਰੀਕਲ ਦੀ ਪੋਸਟ ਵਾਸਤੇ ਆਲਮੋਸਟ ਸੇਮ ਲੈਵਲ ਹੁੰਦਾ ਹੈ, ਕਿਉਂਕਿ ਜਿਹੜੇ ਪੇਪਰ ਪਾਉਣ ਵਾਲਾ ਉਹ ਵੀ ਕੋਈ ਉਹਦੀ ਦਿਮਾਗ ਦੀ ਉਪਜ ਦਾ ਹੁੰਦੇ ਨਹੀਂ ਕੁਐਸਚਨ। ਉਹ ਬੰਦਾ ਪੁਰਾਣੇ ਕੁਐਸਚਨ ਚੱਕਦਾ, ਉਹਨਾਂ ਦੇ ਬੇਸ ਤੇ ਥੋੜਾ ਬਹੁਤ ਚੇਂਜਸ ਕਰਕੇ ਪਾ ਦਿੰਦਾ। ਹੁਣ ਜਿਵੇਂ ਪਹਿਲਾ ਕੁਐਸਚਨ ਹੈ, ਇਹਦੇ ਵਿੱਚ ਉਹਨੇ ਪਾਤਾ, ਜਿਵੇਂ ਆਪਾਂ ਕੁਐਸਚਨ ਪੜ੍ਹਦੇ ਹਾਂ, ਦੀ ਸ਼ਾਰਟਕਟ ਕੀ ਟੂ ਗੈਟ ਦੀ ਹੈਲਪ ਫਰੋਮ ਆਫਿਸ ਅਸਿਸਟੈਂਟ। ਤਾਂ ਇਹ ਉਹਨੇ ਫੰਕਸ਼ਨ ਕੀ, ਇਹਨਾਂ ਨੂੰ ਫੰਕਸ਼ਨ ਕੀ ਕਹਿ ਦਿੰਦੇ ਆ, 12 ਹੁੰਦੀਆਂ ਨੇ ਟੋਟਲ, F1 F7 F2 F10। ਸਪੋਜ਼ ਕਰੋ ਇਹਦਾ ਆਨਸਰ ਆਪਣੇ ਕੋਲੇ F1 ਹੋਵੇ ਤਾਂ ਹੋ ਸਕਦਾ ਉਹ ਅਗਲੀ ਵਾਰੀ F7 ਤੇ ਪਾ ਦੇ, F2 ਤੇ ਪਾ ਦੇ, F10 ਤੋਂ ਪਾ ਦੇ, ਜਾਂ ਉਹ ਕਹਿ ਸਕਦਾ ਫੰਕਸ਼ਨ ਕੀ ਦੇ ਵਿੱਚੋਂ ਕੁਐਸਚਨ ਪਾਊਗਾ ਆਪਾਂ ਨੂੰ। ਠੀਕ ਹੈ, ਸੋ ਐਵੇਂ ਹੋ ਜਾਂਦੀਆਂ ਨੇ ਸਾਰੇ ਪੇਪਰਾਂ ਦੇ ਵਿੱਚ ਹੀ ਇਹ ਹੁੰਦਾ ਹੈ। ਤੇ ਜਿਵੇਂ ਆਪਾਂ ਪੰਜਾਬ ਪੁਲਿਸ ਦੇ ਪੇਪਰਾਂ ਲਈ ਪੁਰਾਣੇ ਕੁਐਸਚਨ ਕੀਤੇ ਸੀ, ਉਹਨਾਂ ਦੇ ਵਿੱਚ ਵੀ ਉਹੀ ਚੀਜ਼ ਹੋਈ ਸੀ। ਤਾਂ ਤੁਸੀਂ ਪੁਰਾਣੇ ਕੁਐਸਚਨ ਕਦੇ ਵੀ ਨਹੀਂ ਛੱਡਣੇ, ਕੋਈ ਵੀ ਪੇਪਰ ਦੇਣ ਜਾਓ। ਬਾਕੀ ਸਬਜੈਕਟਾਂ ਦੇ ਵੀ ਆਪਾਂ, ਮੈਂ ਤਾਂ ਚਲੋ ਕੱਲਾ ਕੰਪਿਊਟਰ ਕਰਾ ਰਿਹਾ, ਦੂਜੇ ਸਬਜੈਕਟ ਨੇ ਜਿਹੜੇ, ਉਹਨਾਂ ਦੇ ਵੀ ਪੁਰਾਣੇ ਕੁਐਸਚਨਾਂ ਨੂੰ ਪੂਰੀ ਤਰਜੀਹ ਦੇਣੀ ਆਪਾਂ। ਠੀਕ ਆ, ਸੋ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈ, ਜਿਵੇਂ ਅੱਧਾ ਕੁ ਤਾਂ ਮੈਂ ਪੜ੍ਹਾ ਹੀ ਦਿੱਤਾ, ਦੀ ਸ਼ਾਰਟਕਟ ਕੀ ਟੂ ਗੈਟ ਹੈਲਪ ਫਰੋਮ ਆਫਿਸ ਅਸਿਸਟੈਂਟ। ਆਫਿਸ ਅਸਿਸਟੈਂਟ ਕਿਹਨੂੰ ਬੋਲ ਰਿਹਾ? MS ਆਫਿਸ ਨੂੰ ਬੋਲ ਰਿਹਾ। ਕਹਿੰਦਾ ਹੈਲਪ ਲੈਣ ਦੇ ਲਈ, ਟੂ ਗੈਟ ਹੈਲਪ, ਹੈਲਪ ਸ਼ਬਦ ਮੇਨ ਪੁੱਛਿਆ, ਇਹਦੇ ਤੇ ਆਪਾਂ ਸਰਕਲ ਲਾ ਲਾਂਗੇ ਤਾਂ ਕਰਕੇ ਸਾਨੂੰ ਪਤਾ ਲੱਗਦਾ ਰਹੇ ਵੀ ਕੀ ਪੁੱਛਿਆ, ਹੈ ਨਾ। ਕਹਿੰਦਾ F1 ਤੋਂ ਹੈਲਪ ਮਿਲਦੀ ਹੈ, F7 F2 ਤੇ F10। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਪਹਿਲਾ ਕੁਐਸਚਨ ਤਾਂ ਇਹ ਪੁੱਛ ਸਕਦਾ ਕਿ ਟੋਟਲ ਨੰਬਰ ਆਫ ਫੰਕਸ਼ਨਸ ਕਿੰਨੀਆਂ ਹੁੰਦੀਆਂ ਨੇ। F1 ਤੋਂ ਲੈ ਕੇ F12 ਤੱਕ ਟੋਟਲ ਸਾਡੇ ਕੋਲੇ 12 ਨੇ। ਠੀਕ ਹੈ, ਸੋ ਇਹ ਆਪਾਂ ਯਾਦ ਰੱਖਣਾ। ਪਹਿਲਾ ਬਹੁਤ ਬੇਸਿਕ ਕੁਐਸਚਨ, ਤੇ ਇਹਨਾਂ ਦੇ ਵਿੱਚੋਂ ਕਿਹੜੇ ਕੁਐਸਚਨ ਪੁੱਛੇ ਜਾ ਸਕਦੇ ਨੇ, ਜਾਂ ਕਿਹੜੇ ਕੁਐਸਚਨ ਪੁੱਛੇ ਗਏ ਨੇ, ਉਹਨਾਂ ਦੇ ਬੇਸਿਸ ਤੇ ਮੈਂ ਉਨੀਆਂ ਕਿ ਤੁਹਾਨੂੰ ਚੀਜ਼ਾਂ ਦੱਸ ਦੇਣਾ। ਜਿਵੇਂ ਫੰਕਸ਼ਨ ਕੀ, ਪਹਿਲਾ F1 ਹੈ, ਓਪਨ ਹੈਲਪ, ਮੇਨ ਇਹਦਾ ਹੈਲਪ ਦੇ ਲਈ ਵਰਤੀ ਜਾਂਦੀ ਹੈ। ਕਈ ਵਾਰੀ ਇਹ CMOS ਵਿੰਡੋ ਦੇ ਵਿੱਚ ਐਂਟਰ ਕਰਨ ਦੇ ਲਈ, CMOS ਸੈਟਿੰਗਸ ਦੇ ਵਿੱਚ, ਜਾਂ ਆਪਾਂ BIOS ਸੈਟਿੰਗਸ ਬੋਲ ਦਿੰਦੇ ਆ, ਉਹਨਾਂ ਦੇ ਵਿੱਚ ਐਂਟਰ ਕਰਨ ਦੇ ਲਈ ਵੀ ਕਈ ਲੈਪਟਾਪ ਤੇ ਵਰਤਿਆ ਜਾਂਦਾ ਹੈ। BIOS ਹੁੰਦਾ ਬੇਸਿਕ ਇਨਪੁਟ ਆਊਟਪੁੱਟ ਸਿਸਟਮ, ਤੇ CMOS ਹੁੰਦਾ ਕੰਪਲੀਮੈਂਟਰੀ ਮੈਟਲ ਆਕਸਾਈਡ, ਇੰਜ ਕਰਕੇ ਕੁਛ ਹੁੰਦਾ। ਠੀਕ ਆ, ਤਾਂ F2 ਕਾਹਦੇ ਲਈ ਵਰਤਿਆ ਜਾਂਦਾ? ਬਹੁਤ ਇੰਪੋਰਟੈਂਟ ਹੈ, F2 ਤੋਂ ਕੁਐਸਚਨ ਪੁੱਛਿਆ ਜਾਂਦਾ। ਮੇਨ ਹੁੰਦਾ ਐਡਿਟ ਦੀ ਸਿਲੈਕਟਡ ਫੋਲਡਰ ਔਰ ਫਾਈਲ ਨੇਮ। ਆਪਾਂ ਰੀਨੇਮ ਕਰਨਾ ਹੋਵੇ ਕੋਈ ਫਾਈਲ ਹੈ, ਉਹਦੇ ਤੇ ਕਲਿੱਕ ਕਰਕੇ F2 ਕਲਿੱਕ ਕਰ ਦਿਓ, ਫਾਈਲ ਆਟੋਮੈਟਿਕਲੀ ਰੀਨੇਮ ਹੋ ਜੂਗੀ। ਮਤਲਬ ਉਹ ਆਪਸ਼ਨ ਆਟੋਮੈਟਿਕਲੀ ਤਾਂ ਨਹੀਂ ਹੋਊਗੀ, ਉਹ ਸਾਨੂੰ ਸਵਿਚ ਕਰ ਜੂਗਾ ਕਿ ਤੁਸੀਂ ਫਾਈਲ ਦਾ ਨੇਮ ਚੇਂਜ ਕਰੋ। ਠੀਕ ਹੈ, ਸੋ ਫੋਲਡਰ ਦਾ ਵੀ ਐਵੇਂ ਹੀ ਕਰ ਸਕਦੇ ਆਪਾਂ, ਮੈਂ ਲਿਖਿਆ ਹੀ ਹੋਇਆ। ਕਈ ਵਾਰੀ ਜਿੱਥੇ ਕਿਸੇ ਸਿਸਟਮ ਤੇ F1 ਨਹੀਂ ਵਰਤਿਆ ਜਾਂਦਾ CMOS ਐਂਟਰ ਕਰਨ ਦੇ ਲਈ, ਉੱਥੇ F2 ਵਰਤਿਆ ਜਾਂਦਾ। ਮੋਸਟਲੀ F2 ਹੀ ਹੁੰਦਾ। ਠੀਕ ਹੈ, ਇੱਕ ਹੋਰ ਵੀ ਕਈ ਵਾਰੀ F8 ਵੀ ਹੁੰਦਾ, ਸ਼ਾਇਦ ਉਹ ਆਪਾਂ ਦੇਖਾਂਗੇ ਅੱਗੇ। ਤੇ ਜੇ ਆਪਾਂ ਕੰਟਰੋਲ F2 ਲਾ ਦਈਏ ਤਾਂ ਇਹ ਕਰਦਾ ਪ੍ਰਿੰਟ ਪ੍ਰੀਵਿਊ ਆਫਿਸ ਦੇ ਵਿੱਚ। ਮਾਈਕਰੋਸਾਫਟ ਆਫਿਸ ਦਾ ਕਹਿਣ ਦਾ ਮਤਲਬ ਹੈ ਵਰਡ ਦੇ ਵਿੱਚ ਵੀ ਇਹ ਚੱਲੂਗਾ, ਐਕਸਲ ਦੇ ਵਿੱਚ ਤੇ ਪਾਵਰ ਪੁਆਇੰਟ, ਤਿੰਨਾਂ ਦੇ ਵਿੱਚ ਚੱਲੂਗਾ। ਜਿੱਥੇ ਆਪਾਂ ਮਾਈਕਰੋਸਾਫਟ ਆਫਿਸ ਲਿਖਾਂਗੇ, ਜਿੱਥੇ ਆਪਾਂ ਕੱਲਾ ਐਕਸਲ ਜਾਂ ਵਰਡ ਲਿਖਤਾ, ਉੱਥੇ ਉਹਦੇ ਵਿੱਚ ਹੀ ਚੱਲੂਗਾ। ਤੇ Alt F2 ਕਰ ਦਈਏ, ਇਹ ਸੇਵ ਕਰ ਦਿੰਦਾ, ਸੇਵ ਐਜ਼ ਵਿੰਡੋ। ਸੇਵ ਐਜ਼ ਨਹੀਂ ਹੁੰਦਾ, ਇੱਕ ਤਾਂ ਸੇਵ ਹੁੰਦਾ ਜਿਹੜੀ ਫਾਈਲ ਦੇ ਵਿੱਚ ਸੇਵ ਪਿਆ, ਉੱਥੇ ਆਪਾਂ ਕੰਟਰੋਲ S ਕਰ ਦਈਏ, ਸੇਵ ਹੋ ਜਾਂਦਾ। ਤੇ ਜੇ ਕਰ ਦਾਂਗੇ ਆਪਾਂ Alt F2, ਫਿਰ ਸੇਵ ਐਜ਼, ਵੀ ਕੀ ਨਾਮ ਵਗੈਰਾ ਚੇਂਜ ਕਰਨਾ ਚਾਹੁੰਦੇ ਆਪਾਂ, ਹੈ ਨਾ। ਤੇ Shift F2 ਹੁੰਦਾ ਐਡ ਕਮਾਂਡ ਬਾਕਸ ਇਨ ਐਕਸਲ। ਐਕਸਲ ਦੇ ਵਿੱਚ ਚੱਲਦਾ ਇਹ ਕਮਾਂਡ ਬਾਕਸ ਦੇ ਲਈ, ਹੈ ਨਾ। ਤੇ ਜੇ ਆਪਾਂ ਕਰ ਦਈਏ Alt Control plus F2 ਤਾਂ ਓਪਨ ਡਾਕੂਮੈਂਟ ਵਿੰਡੋ ਇਨ MS ਆਫਿਸ। ਤੇ ਜਿਵੇਂ ਆਪਾਂ Control O ਨਹੀਂ ਕਰਦੇ, Control plus O ਕਰਦੇ ਆ, ਉਹਦੇ ਨਾਲ ਤਾਂ ਆਪਾਂ ਕੋਈ ਫਾਈਲ ਓਪਨ ਕਰ ਸਕਦੇ ਹਾਂ। ਤੇ ਜੇ Control Alt F2 ਕਰ ਦਈਏ, ਫਿਰ ਉਹਦੇ ਨਾਲ ਇੱਕ ਡਾਕੂਮੈਂਟ ਖੁੱਲਦਾ ਪੂਰਾ, ਜਿਹਦੇ ਵਿੱਚ ਆਪਾਂ ਫੋਲਡਰ ਸਿਲੈਕਟ ਕਰ ਸਕਦੇ ਹੁੰਦੇ ਹਾਂ। ਠੀਕ ਹੈ, ਇੱਕ ਅੱਗੇ ਦਾ ਸਟੈਪ ਹੈ, ਪਹਿਲਾਂ Control A ਜਾਵਾਂਗੇ, ਫਿਰ ਡਾਕੂਮੈਂਟ ਖੋਲਦੇ ਹਾਂ, ਇਹਦੇ 'ਚ ਸਿੱਧਾ ਹੀ ਡਾਕੂਮੈਂਟ ਖੁੱਲ ਜਾਂਦਾ। ਠੀਕ ਹੈ, ਇਹ ਵੀ ਯਾਦ ਰੱਖਣੀ ਹੈ। ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ ਨਾਲ। ਠੀਕ ਹੈ, ਫਿਰ
F3 ਦਾ ਮੇਨ ਹੁੰਦਾ ਸਰਚ ਦੇ ਲਈ, ਬਹੁਤ ਇੰਪੋਰਟੈਂਟ ਆ, ਪੁੱਛਿਆ ਗਿਆ ਓਪਨ ਸਰਚ ਵਿੰਡੋ। ਆਪਾਂ ਚਾਹੇ ਵਰਡ ਦੇ ਵਿੱਚ ਬੈਠੇ ਆ, ਐਕਸਲ ਪਾਵਰ ਪੁਆਇੰਟ ਦੇ ਵਿੱਚ, ਜੇ F3 ਪ੍ਰੈਸ ਕਰ ਦਾਂਗੇ ਇੱਥੇ ਰਾਈਟ ਹੈਂਡ ਸਾਈਡ ਤੇ ਇੱਕ ਸਰਚ ਦਾ ਆਪਸ਼ਨ ਆ ਜਾਂਦਾ, ਠੀਕ ਹੈ। PDF ਫਾਈਲ ਹੈ ਚਾਹੇ, ਉੱਥੇ ਆਪਾਂ ਸਰਚ ਕਰ ਸਕਦੇ ਹਾਂ, ਠੀਕ ਹੈ। ਇਹ ਓਪਨ ਫਾਈਂਡ ਫੀਚਰ ਫਾਇਰਫੌਕਸ ਤੇ ਕ੍ਰੋਮ ਬਰਾਊਜ਼ਰ ਦੇ ਵਿੱਚੋਂ ਵੀ ਅੱਜ ਕੱਲ੍ਹ ਕੁਐਸਚਨ ਪੁੱਛੇ ਜਾਂਦੇ ਨੇ, ਤਾਂ ਇਹ ਬਰਾਊਜ਼ਰ ਨੇ ਫਾਇਰਫੌਕਸ ਤੇ ਕ੍ਰੋਮ, ਇਹਨਾਂ ਦੇ ਵਿੱਚੋਂ ਵੀ ਐਜ਼ ਏ ਸਰਚ ਫੀਚਰ ਦਾ ਕੰਮ ਕਰਦਾ ਇਹ। ਸ਼ਿਫਟ F3 ਚੇਂਜ ਫਰੋਮ ਲੋਅਰ ਟੂ ਅਪਰ ਕੇਸ, ਕੋਈ ਟੈਕਸਟ ਉਹਦਾ ਚੇਂਜ ਕਰਨਾ ਆਪਾਂ, ਇਹ ਮੰਨ ਲਓ ਲੋਅਰ ਕੇਸ ਹੈ ਨਾ, ਇਹਨੂੰ ਅਪਰ ਕੇਸ ਕਰਨਾ ਤਾਂ ਸ਼ਿਫਟ F3 ਚਲੋ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, 2-3 ਪੇਪਰਾਂ ਦੇ ਵਿੱਚ ਪੁੱਛਿਆ ਜਾ ਚੁੱਕਿਆ, ਸੋ ਧਿਆਨ ਰੱਖਣਾ ਆਪਾਂ, ਠੀਕ ਹੈ। ਫਿਰ F4, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। F4 ਹੁੰਦਾ ਰਿਪੀਟ ਕਰਦਾ ਲਾਸਟ ਐਕਸ਼ਨ ਨੂੰ ਆਫਿਸ ਦੇ ਵਿੱਚ। ਜੇ ਮੰਨ ਲਓ ਪਹਿਲਾਂ ਮੈਂ ਸਾਈਜ਼ ਵਧਾ ਰਿਹਾ, ਆਹ ਸਾਰੇ ਵਾਲੇ ਕੰਟਰੋਲ A ਕਰਕੇ ਮੈਂ ਸਿਲੈਕਟ ਕੀਤਾ, ਮੈਂ ਸਾਈਜ਼ ਵਧਾਤਾ ਬਾਏ 2 ਪੁਆਇੰਟ, ਤਾਂ ਉਸ ਤੋਂ ਬਾਅਦ ਮੈਂ F4 ਪ੍ਰੈਸ ਕਰੀ ਜਾਊਂਗਾ, ਆਟੋਮੈਟਿਕਲੀ ਉਹੀ ਸਾਈਜ਼ ਹੀ ਵਧਾਈ ਜਾਊਗਾ। ਜੇ ਮੈਂ ਸਾਈਜ਼ ਘਟਾਤਾ 2 ਪੁਆਇੰਟ, ਤਾਂ ਫਿਰ F4 ਪ੍ਰੈਸ ਕਰੀ ਜਾਊਂਗਾ, ਆਟੋਮੈਟਿਕਲੀ ਕੀ ਹੋਈ ਜਾਊਗਾ, ਸਾਈਜ਼ ਘਟੀ ਜਾਊਗਾ। ਤਾਂ ਰਿਪੀਟ ਕਰਦਾ ਇਹ ਲਾਸਟ ਐਕਸ਼ਨ ਨੂੰ। ਜੇ Alt F ਕਰ ਦਈਏ ਤਾਂ ਕਲੋਜ਼ ਕਰ ਦਿੰਦਾ ਕਰੰਟ ਪ੍ਰੋਗਰਾਮ ਨੂੰ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਜੇ ਕੋਈ ਵੀ ਕਰੰਟ ਵਿੰਡੋ ਨਹੀਂ ਖੁੱਲੀ ਹੋਈ, ਫਿਰ Alt F4 ਦੇ ਨਾਲ ਆਪਾਂ ਕੰਪਿਊਟਰ ਨੂੰ ਸ਼ਟ ਡਾਊਨ ਵੀ ਕਰ ਸਕਦੇ ਹਾਂ। ਇਹ ਤਿੰਨੋਂ ਹੀ ਕੁਐਸਚਨਾਂ ਦੇ ਵਿੱਚੋਂ 2 ਆ ਪੁੱਛੇ ਜਾ ਚੁੱਕੇ ਆ, ਹਜੇ ਨਹੀਂ ਪੁੱਛਿਆ, ਇਹ ਵੀ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ, ਠੀਕ ਹੈ। ਫਿਰ ਆ ਗਿਆ ਜੀ F5 ਸਟਾਰਟ ਸਲਾਈਡ ਸ਼ੋ ਫਰੋਮ ਬਿਗਨਿੰਗ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਤੁਸੀਂ ਵੀਡੀਓ ਦੇਖੀ ਹੋਣੀ ਹੈ ਸ਼ਾਇਦ, ਮੈਂ ਕਰਵਾਈ ਹੋਈ ਹੈ, ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਆਂਗਣਵਾੜੀ ਸੁਪਰਵਾਈਜ਼ਰ ਦਾ ਪੇਪਰ ਹੋਇਆ ਸੀ, ਉੱਥੇ ਇਹਨੇ ਪੁੱਛਿਆ ਸੀ F5 ਸਲਾਈਡ ਸ਼ੋਅ ਨੂੰ ਸਟਾਰਟ ਕਰਨ ਦੇ ਲਈ। ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਇਹ ਮੈਂ ਸਾਰੇ ਤਾਂ ਕਰਾ ਰਿਹਾ ਕਿਉਂਕਿ ਥਿਊਰੀ ਤਾਂ ਮੈਂ ਤੁਹਾਨੂੰ ਕੱਲੀ ਥਿਊਰੀ ਕਰਾਉਣ ਲੱਗ ਜਾਂਦਾ, ਤੁਸੀਂ ਬੋਰ ਹੋ ਜਾਓਗੇ। ਕੁਐਸਚਨ ਦੇ ਨਾਲ ਥਿਊਰੀ ਪੜ੍ਹਨ ਦਾ ਨਜ਼ਾਰਾ ਹੀ ਵੱਖਰਾ, ਤਾਂ ਕਰਕੇ ਮੈਂ ਤੁਹਾਨੂੰ ਸਾਰੀ ਥਿਊਰੀ ਕਰਾਊਂਗਾ। ਬਾਕੀ ਦੇ ਹੋਰ ਵੀ ਪਾਰਟ ਆਪਾਂ ਲੈ ਕੇ ਆਵਾਂਗੇ, ਤੀਜਾ ਪਾਰਟ ਹੈ, ਚੌਥਾ ਪਾਰਟ ਵੀ ਲੈ ਕੇ ਆਵਾਂਗੇ, ਪੰਜਵਾਂ ਵੀ, ਹੈ ਨਾ। ਹੌਲੀ ਹੌਲੀ ਆਪਾਂ ਥਿਊਰੀ ਨਾਲ ਨਾਲ ਕਰਦੇ ਜਾਵਾਂਗੇ, ਤੁਸੀਂ ਨੋਟ ਕਰਦੇ ਜਾਇਓ। ਜੇ ਨਹੀਂ ਨੋਟ ਕਰਨੀਆਂ ਤਾਂ ਚੀਜ਼ਾਂ ਉੱਦਾਂ ਵੀ ਸੌਖੀਆਂ ਨੇ, ਸਮਝ ਆ ਜਾਣਗੀਆਂ। F5 ਹੁੰਦਾ ਸਲਾਈਡ ਸ਼ੋਅ ਨੂੰ ਬਿਗਨਿੰਗ ਤੋਂ ਸਟਾਰਟ ਕਰਨ ਦੇ ਲਈ, ਤੇ ਇਹੀ ਰੀਫਰੈਸ਼ ਜਾਂ ਰੀਲੋਡ ਕਰਦਾ ਇੰਟਰਨੈਟ ਬਰਾਊਜ਼ਰ ਦੇ ਵਿੱਚ। ਜੇ ਆਪਾਂ ਬਰਾਊਜ਼ਰ ਦੇ ਵਿੱਚ F5 ਨੂੰ ਵਰਤਾਂਗੇ ਤਾਂ ਰੀਫਰੈਸ਼ ਤੇ ਰੀਲੋਡ ਕਰ ਲੈਂਦੇ ਹਾਂ, ਹਨਾ। ਤੇ ਓਪਨ ਫਾਈਂਡ ਐਂਡ ਰਿਪਲੇਸ ਇਨ ਮਾਈਕਰੋਸੌਫਟ ਵਰਡ, ਗੋ ਟੂ ਵਿੰਡੋ ਇਨ ਐਕਸਲ, ਤਾਂ ਚਲੋ ਇਹਦੇ ਤੇ ਆਪਾਂ ਬਾਅਦ ਚ ਆਉਂਦੇ ਹਾਂ। ਜੇ ਆਪਾਂ ਸ਼ਿਫਟ F5 ਪ੍ਰੈਸ ਕਰ ਦਈਏ ਤਾਂ ਕੀ ਹੁੰਦਾ ਹੈ, ਸ਼ਿਫਟ F5 ਤੇ Alt F5। ਸ਼ਿਫਟ F5 ਦੇ ਨਾਲ ਕਰੰਟ ਤੋਂ ਸਲਾਈਡ ਸ਼ੋਅ ਸਟਾਰਟ ਹੁੰਦਾ, F5 ਦੇ ਨਾਲ ਸਟਾਰਟ ਹੁੰਦਾ ਹੈਗਾ ਬਿਗਨਿੰਗ ਤੋਂ, ਇਹ ਕਰੰਟ ਵਿੰਡੋ ਤੋਂ। ਮੰਨ ਲਓ ਅਸੀਂ 5ਵੀਂ ਸਲਾਈਡ ਤੇ ਖੜੇ ਆ, ਉੱਥੋਂ ਹੀ ਅਸੀਂ ਸਲਾਈਡ ਸ਼ੋਅ ਸਟਾਰਟ ਕਰਨਾ, ਤਾਂ ਸ਼ਿਫਟ F5 ਤੇ Alt F5 ਕਰ ਦਈਏ, ਇਹਦੇ ਨਾਲ ਸਲਾਈਡ ਸ਼ਾਟ ਰਿਵਿਊ ਸਟਾਰਟ ਹੋ ਜਾਂਦਾ ਹੈ। ਇੱਕ ਜਿਵੇਂ ਜਦੋਂ ਅਸੀਂ ਆਪਦੇ ਲੈਪਟਾਪ ਨੂੰ ਅਸੀਂ ਲਗਾਉਂਦੇ ਆ ਪ੍ਰੋਜੈਕਟਰ ਦੇ ਨਾਲ, ਇਹ 2 ਸਕਰੀਨਾਂ ਬਣ ਜਾਂਦੀਆਂ ਨੇ, ਇਹ ਸਾਨੂੰ ਦਿਖਦੀ ਹੈ ਲੈਪਟਾਪ ਦੇ ਵਿੱਚ, ਇਹ ਆਪਾਂ ਨੂੰ ਪ੍ਰੋਜੈਕਟਰ ਤੇ ਦਿਖਦੀ ਹੈ। ਇਹ ਉਹਦੇ ਤੋਂ ਇੱਕ ਅੱਗੇ ਵਾਲੀ ਸਲਾਈਡ ਹੁੰਦੀ ਹੈ, ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਅੱਗੇ ਕੀ ਆਊਗਾ, ਠੀਕ ਹੈ। ਇਹਦੀਆਂ ਸੈਟਿੰਗ ਵੀ ਚੇਂਜ ਕਰ ਸਕਦੇ ਹਾਂ ਆਪਾਂ, ਵੀ ਅੱਗੇ ਪਿੱਛੇ ਕਿਹੜੀ ਲਾਉਣੀ ਹੈ, ਥੋੜਾ ਬਹੁਤ ਹੁੰਦੀਆਂ ਨੇ ਸੈਟਿੰਗ, ਕਲੀਅਰ। ਸਕਰੀਨਸ਼ਾਟ ਲੈ ਸਕਦੇ ਹੋ। ਤੇ F6 ਆ ਗਿਆ ਅੱਗੇ। F6 ਦਾ ਮੇਨ ਕੰਮ ਕੀ ਹੁੰਦਾ ਹੈ, ਆਹ ਇੰਪੋਰਟੈਂਟ ਕੰਮ ਹੈ ਇਹਦਾ, ਮੂਵ ਦੀ ਕਰਸਰ ਟੂ ਐਡਰੈਸ ਬਾਰ URL ਹੁੰਦਾ ਯੂਨੀਫਾਰਮ ਰਿਸੋਰਸ ਲੋਕੇਟਰ। ਜਿਵੇਂ ਆਪਾਂ ਲਿਖ ਦਈਏ www.binaryinstructor.com, ਇਹ URL ਹੈ ਨਾ, ਵੈਬਸਾਈਟ ਖੁੱਲੂਗੀ। ਤੇ ਜੇ ਮੈਂ F6 ਪ੍ਰੈਸ ਕਰਦਾ ਤਾਂ ਉਹ ਇਹਨੂੰ ਸਿਲੈਕਟ ਕਰ ਲੂਗਾ, ਤੁਸੀਂ ਕਰਕੇ ਦੇਖ ਲਿਓ ਨਾਲ ਨਾਲ। ਮੇਨ ਕੰਮ ਕੀ ਹੁੰਦਾ ਨਾ, ਤੁਸੀਂ ਕਲੈਰੀਕਲ ਵਾਲੇ ਬੰਦਿਆਂ ਨੇ ਇਹੀ ਕੰਮ ਕਰਨਾ। ਜੇ ਤੁਹਾਨੂੰ ਵਰਡ, ਐਕਸਲ, ਪਾਵਰ ਪੁਆਇੰਟ ਬਹੁਤ ਚੰਗੀ ਤਰ੍ਹਾਂ ਆਉਂਦੇ ਨੇ ਤਾਂ ਤੁਸੀਂ ਜੌਬ ਦੇ ਵਿੱਚ ਨਜ਼ਾਰੇ ਲਾਉਂਗੇ, ਐਸ਼ ਕਰੋਗੇ, ਕਿਉਂਕਿ ਬੰਦੇ ਬਹੁਤ ਔਖੇ ਤਰੀਕੇ ਨਾਲ ਕੰਮ ਕਰ ਰਹੇ ਨੇ। ਤਾਂ ਤੁਸੀਂ ਜਿੰਨੇ ਬੰਦਿਆਂ ਦੀ ਸਿਲੈਕਸ਼ਨ ਹੋਊਗੀ ਤਾਂ ਤੁਸੀਂ ਟੈਕਨੋਲੋਜੀ ਜ਼ਿਆਦਾ ਤੋਂ ਜ਼ਿਆਦਾ ਵਰਤਣੀ ਹੈ, ਠੀਕ ਹੈ। ਮੈਂ ਸਿਖਾਊਂਗਾ ਤੁਹਾਨੂੰ, ਕੋਈ ਗੱਲ ਨਹੀਂ, ਤੁਸੀਂ ਵੀਡੀਓ ਦੇਖਦੇ ਰਹੋ, ਆਪਾਂ ਸੌਖੀਆਂ ਚੀਜ਼ਾਂ ਵੀ ਲੈ ਕੇ ਆਵਾਂਗੇ, ਵੀ ਥੋੜੀਆਂ ਜਿਹੀਆਂ ਚੀਜ਼ਾਂ ਨੂੰ ਸੁਖਾਲਾ ਕਰਨ ਦੇ ਲਈ। ਤਾਂ ਇਹਨਾਂ ਚੀਜ਼ਾਂ ਨੂੰ ਵਰਡ, ਐਕਸਲ, ਪਾਵਰ ਪੁਆਇੰਟ ਨੂੰ ਪਿਆਰ ਕਰਨਾ ਆਪਾਂ ਤੁਸੀਂ ਜ਼ਿਆਦਾਤਰ, ਕਿਉਂਕਿ ਇਹੀ ਚੀਜ਼ਾਂ ਨੇ, ਇਹੀ ਸਾਡਾ ਕਮਾਈ ਦਾ ਸੋਰਸ ਬਣਨਗੇ, ਇਹੀ ਸਾਨੂੰ ਕਹਿ ਲਓ ਵੀ ਰੋਟੀ ਖਵਾਉਣੀਆਂ ਚੀਜ਼ਾਂ, ਹਨਾ। ਤਾਂ ਘਬਰਾਉਣਾ ਨਹੀਂ ਇਹ, ਜੇ ਘਬਰਾ ਕੇ ਛੱਡ ਦਿਆਂਗੇ ਆਪਾਂ ਵੀ ਔਖੇ ਯਾਰ ਸਮਝ ਨਹੀਂ ਆਉਂਦੇ, ਫਿਰ ਤਾਂ ਚਲੋ ਕੀ ਕਰ ਸਕਦੇ, ਨੰਬਰ ਕੱਟੇ ਜਾਣਗੇ, ਨੰਬਰ ਵੀ ਨਹੀਂ ਪੈਣਾ। ਜੇ ਤੁਸੀਂ ਇਹਦੇ ਨਾਲ ਇਸ਼ਕ ਮੁਹੱਬਤ ਹੋ ਗਿਆ ਵੀ ਹਾਂ ਯਾਰ ਇਹ ਤਾਂ ਚੀਜ਼ਾਂ ਵਰਤਾਂਗੇ ਆਪਾਂ, ਫਿਰ ਇਹ ਤੁਹਾਨੂੰ ਕੁਐਸਚਨ ਔਖੇ ਨਹੀਂ ਲੱਗਣੇ। ਜ਼ਿਆਦਾਤਰ ਬੰਦੇ ਇੱਥੇ ਛੱਡ ਹੀ ਦਿੰਦੇ ਆ, ਇੱਥੇ ਕੰਪੀਟੀਸ਼ਨ ਬਹੁਤ ਥੋੜਾ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਸਾਰੇ ਬੰਦਿਆਂ ਨੂੰ ਸਮਝ ਆਉਂਦੀਆਂ ਉੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ, ਤੇ ਜਿਹੜੀ ਚੀਜ਼ ਔਖੀ ਹੁੰਦੀ ਹੈ ਉੱਥੇ ਕੰਪੀਟੀਸ਼ਨ ਘੱਟ ਹੁੰਦਾ, ਕਿਉਂਕਿ ਜ਼ਿਆਦਾਤਰ ਬੰਦੇ ਡਰ ਹੀ ਜਾਂਦੇ ਆ। ਤਾਂ ਵਰਡ, ਐਕਸਲ, ਪਾਵਰ ਪੁਆਇੰਟ ਤੋਂ ਡਰਨਾ ਨਹੀਂ ਤੁਸੀਂ। ਜੇ ਇਹਦੇ ਲਈ ਪੂਰੀ ਸੀਰੀਜ਼ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਆਪਾਂ ਕਰਵਾਇਆ ਹੋਇਆ, ਆਫਿਸ ਪ੍ਰੋਡਕਟਿਵਿਟੀ ਟੂਲ ਕਰਕੇ ਇੱਕ ਪਲੇਲਿਸਟ ਹੈ,
ਉਹ ਮੈਂ ਤੁਹਾਨੂੰ ਇੱਥੇ ਮੈਂਸ਼ਨ ਕਰ ਦੂੰਗਾ, ਤੁਸੀਂ ਦੇਖ ਲਿਓ। ਤੇ ਇਹਦੇ ਤੋਂ ਬਿਨਾ ਆਪਣੀ P+B ਗ੍ਰੈਂਡ ਸੀਰੀਜ਼ ਚੱਲ ਰਹੀ ਹੈ ਇੱਕ, ਜਿਹਦੇ ਵਿੱਚ ਆਪਾਂ ਚੈਪਟਰ ਵਾਈਜ਼ ਸਾਰੇ ਕੁਐਸਚਨ ਡਿਸਕਸ ਕੀਤੇ ਹੋਏ ਨੇ, ਉਹ ਵੀ ਤੁਸੀਂ ਜ਼ਰੂਰ ਜਾ ਕੇ ਦੇਖਿਓ। ਇੱਕ ਐਬਰੀਵੇਸ਼ਨ ਮੈਰਾਥਨ ਹੈ ਤੇ 2 ਮੈਰਾਥਨ ਮੈਂ ਆਲਰੇਡੀ ਕਰਾ ਚੁੱਕਿਆ, ਸ਼ਾਇਦ ਮੈਂ ਤੀਜੀ ਵੀ ਕਰਾ ਦਾਂਗੇ ਆਪਾਂ, ਜਿਹਦੇ ਵਿੱਚ ਆਪਾਂ ਸਿਰਫ ਕਲੈਰੀਕਲ ਪੇਪਰ ਦੇ ਲਈ ਡਿਸਕਸ ਕਰਾਂਗੇ, ਠੀਕ ਹੈ। ਹੋ ਸਕਦਾ ਇਹ ਮੈਂ ਵੀਡੀਓ ਬਾਅਦ ਚ ਪਾਵਾਂ, ਉਹ ਪਹਿਲਾਂ ਪਾ ਦਾਂ, ਹੈ ਨਾ। ਤਾਂ ਕੰਟਰੋਲ F6 ਮੂਵਮੈਂਟ ਆਫ ਡਿਫਰੈਂਟ ਵਿੰਡੋਜ਼ ਇਨ MS ਆਫਿਸ। ਤਾਂ ਇਹ ਹੁੰਦਾ ਵੀ ਮੰਨ ਲਓ ਆਪਾਂ 3 ਮਾਈਕਰੋਸਾਫਟ ਆਫਿਸ ਜਾਂ ਵਰਡ ਜਾਂ ਪਾਵਰ ਪੁਆਇੰਟ ਖੋਲ ਲਏ, 5 ਖੋਲ ਲਏ, ਚਲੋ ਇਹ ਕਹਿ ਲਓ, ਤੇ ਕੰਟਰੋਲ 6 ਕਰਾਂਗੇ ਇਹਦੇ ਨਾਲ, ਪਹਿਲੇ ਤੋਂ ਦੂਜੇ, ਅਗਲੇ ਅਗਲੇ ਅਗਲੇ, ਇਸ ਤਰ੍ਹਾਂ ਕਰਕੇ ਆਪਾਂ ਮੂਵ ਕਰਦੇ ਜਾਂਦੇ ਹਾਂ। ਮੂਵਮੈਂਟ ਹੈ ਜਾਂ ਟੌਗਲ ਬਿਟਵੀਨ ਵੇਰੀਅਸ ਵਰਡ ਐਕਸਲ ਪਾਵਰ ਪੁਆਇੰਟ ਡਾਕੂਮੈਂਟਸ। ਇੱਕ ਤੋਂ ਦੂਜੇ 'ਚ ਜਾਣਾ ਤੇ ਤੁਸੀਂ ਉਹ ਖੋਲਣਾ ਨਹੀਂ, ਸਿਰਫ ਕੰਟਰੋਲ F6 ਕਰਿਓ, ਦੇਖੋ ਕਿਵੇਂ ਨਜ਼ਾਰੇ ਨਾਲ ਘੁੰਮੀ ਜਾਊਗਾ ਆਪਣੇ ਆਪ, ਠੀਕ ਹੈ। ਕਰਕੇ ਦੇਖਿਓ, ਚੀਜ਼ਾਂ ਘੈਂਟ ਨੇ, ਸਕਰੀਨਸ਼ਾਟ ਲੈ ਸਕਦੇ ਹੋ। ਅਗਲਾ ਕੁਐਸਚਨ F7, ਇਹ ਮੇਨਲੀ ਇਹੀ ਪੁੱਛਿਆ ਜਾਂਦਾ, ਬਹੁਤ ਇੰਪੋਰਟੈਂਟ ਹੈ ਵੀ, ਕਹੋਗੇ ਸਾਰੇ ਇੰਪੋਰਟੈਂਟ, ਹਾਂ ਇਹ ਸਾਰੇ ਹੀ ਇੰਪੋਰਟੈਂਟ ਨੇ, 12 ਜਿਹੜੀਆਂ ਫੰਕਸ਼ਨ ਕੀ ਨੇ ਸਾਰੀਆਂ ਇੰਪੋਰਟੈਂਟ ਨੇ। F7 ਹੁੰਦਾ ਸਪੈਲਿੰਗ ਐਂਡ ਗ੍ਰਾਮਰ ਚੈੱਕ, ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤੇ Alt F7 ਹੁੰਦਾ ਸਪੈਲਿੰਗ ਐਂਡ ਗ੍ਰਾਮਰ ਚੈੱਕ ਦੇ ਲਈ, ਤੇ Shift F7 ਹੁੰਦਾ ਓਪਨ ਥਿਜ਼ੋਰਸਿਸ ਇਨ ਮਾਈਕਰੋਸਾਫਟ ਵਰਡ। ਥਿਜ਼ੋਰਸਿਸ ਹੁੰਦੇ ਨੇ ਆਪਣੇ ਕੋਲੇ ਸਿਮਿਲਰ, ਜਿਹਨੂੰ ਆਪਾਂ ਸਿਨੋਨੀਅਮ ਬੋਲਦੇ ਆ, ਸਿਨੋਨੀਅਮ ਫਾਈਂਡ ਆਊਟ ਕਰਨ ਦੇ ਲਈ, ਠੀਕ ਹੈ। ਤੇ ਜੇ ਆਪਾਂ ਕੱਲਾ F7 ਦੱਬ ਦਈਏ ਤਾਂ ਓਪਨ ਸਪੈਲਿੰਗ ਐਂਡ ਗ੍ਰਾਮਰ ਡਾਇਲੌਗ ਬਾਕਸ ਖੁੱਲਦਾ ਹੈ, ਤੇ ਜੇ Alt F7 ਦੱਬੀਏ ਫਿਰ ਸਪੈਲਿੰਗ ਐਂਡ ਗ੍ਰਾਮਰ ਚੈਕਸ ਇਨ ਮਾਈਕਰੋਸਾਫਟ ਵਰਡ। ਦੇਖੋ ਦੋਨਾਂ ਦਾ ਫਰਕ ਹੈ, ਕੱਲਾ F7 ਵੀ ਦੱਬ ਕੇ ਦੇਖਿਓ, Alt F7 ਵੀ, ਠੀਕ ਹੈ। F8 ਹੁੰਦਾ ਸੇਫ ਮੋਡ ਦੇ ਵਿੱਚ, ਜੇਕਰ ਅਸੀਂ ਵਿੰਡੋ ਨੂੰ ਬੂਟਿੰਗ ਦੇ ਦੌਰਾਨ, ਬੂਟਿੰਗ ਕੀ ਹੁੰਦੀ ਹੈ, ਕੰਪਿਊਟਰ ਨੂੰ ਸਟਾਰਟ ਕਰਨਾ, ਜਦੋਂ ਅਸੀਂ ਵਿੰਡੋ ਤੇ ਪਾਵਰ ਬਟਨ ਪ੍ਰੈਸ ਕਰਦੇ ਹਾਂ ਉਦੋਂ ਆਪਾਂ ਕੀ ਕਰ ਰਹੇ ਹਾਂ, ਬੂਟ ਕਰ ਰਹੇ ਹਾਂ ਕੰਪਿਊਟਰ ਨੂੰ, ਠੀਕ ਹੈ। ਸੋ ਬੂਟਿੰਗ ਦੇ ਵੇਲੇ ਜੇਕਰ ਅਸੀਂ F8 ਦੱਬ ਦਈਏ ਤਾਂ ਆਪਣਾ ਕੀ ਚੱਲ ਜਾਂਦਾ, ਸੇਫ ਮੋਡ ਦੇ ਵਿੱਚ। ਤਾਂ ਇਹ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। 1 ਮਿੰਟ ਮੈਂ ਮਾੜਾ ਜਿਹਾ ਚੈੱਕ ਕਰ ਲਾਂ, ਪਤਾ ਨਹੀਂ ਵੀਡੀਓ ਨਾ ਬੰਦ ਹੋ ਗਈ ਹੋਵੇ, ਦੁਬਾਰੇ ਬਣਾਉਣੀ ਬਹੁਤ ਔਖੀ ਲੱਗਦੀ ਹੈ ਸਿਰੇ ਤੋਂ। ਹਾਂ ਠੀਕ ਹੈ, ਠੀਕ ਹੈ, ਚੱਲ ਰਹੀ ਹੈ, ਕੋਈ ਦਿੱਕਤ ਨਹੀਂ ਹੈ। ਸੋ ਨੈਕਸਟ F9 ਰੀਫਰੈਸ਼ ਦੀ ਡਾਕੂਮੈਂਟ ਇਨ ਮਾਈਕਰੋਸਾਫਟ ਵਰਡ ਦੇ ਵਿੱਚ ਆਪਾਂ F9 ਦੇ ਨਾਲ ਕਹਿ ਲਓ ਰੀਫਰੈਸ਼ ਕਰ ਸਕਦੇ ਹਾਂ, ਹਨਾ। ਸੈਂਡ ਐਂਡ ਰਿਸੀਵ ਦੀ ਈਮੇਲਸ ਇਨ ਆਊਟਲੁੱਕ ਹੁੰਦਾ ਜਿਹੜਾ, ਇਹ MS ਆਫਿਸ ਦਾ ਹੀ ਪਾਰਟ ਹੈ। ਜਿਵੇਂ Gmail ਇੱਕ ਸਰਵਰ ਹੈ, ਉਵੇਂ ਹੀ ਆਊਟਲੁੱਕ ਇੱਕ ਮੇਲ ਸਰਵਰ ਹੈ, ਜਿਹਦੇ ਵਿੱਚ ਆਪਾਂ ਮੇਲ ਮਰਜ ਕਰ ਸਕਦੇ ਹਾਂ, ਠੀਕ ਹੈ। ਸੋ ਆਊਟਲੁੱਕ ਯਾਦ ਰੱਖਣਾ, ਤਾਂ ਉਹਦੇ ਵਿੱਚ ਸੈਂਡ ਐਂਡ ਰਿਸੀਵ ਕਰਦਾ। ਕੰਟਰੋਲ F9 ਐਂਡ Alt F9 ਜਿਹਦੇ ਦੁਆਰਾ ਆਪਾਂ ਮੇਲ ਮਰਜ ਬਿਲਡ ਕਰਦੇ ਹਾਂ, ਠੀਕ ਹੈ, ਯਾਦ ਰੱਖਣਾ। ਤੇ ਪ੍ਰੋਗਰਾਮਿੰਗ ਦੇ ਵਿੱਚ ਇਹ ਚਲੋ ਛੱਡ ਦਿਓ, F9 ਦੇ ਵਿੱਚ ਪ੍ਰੋਗਰਾਮਿੰਗ ਦੁਆਰਾ ਆਪਾਂ ਐਗਜ਼ੀਕਿਊਟ ਕਰ ਸਕਦੇ ਹਾਂ ਕਿਸੇ ਪ੍ਰੋਗਰਾਮ ਨੂੰ, ਇਹ ਤਾਂ ਚਲੋ ਲੋੜ ਨਹੀਂ ਆਪਾਂ ਨੂੰ ਇੰਨੀ, ਕਿਉਂਕਿ ਆਪਾਂ ਕਿਹੜਾ ਪ੍ਰੋਗਰਾਮਿੰਗ ਕਰਨੀ ਹੈ, ਹਨਾ। F10 ਓਪਨ ਮੈਨੂ ਬਾਰ ਖੋਲ ਸਕਦੇ ਹਾਂ। ਕੰਟਰੋਲ F10 ਕਰ ਦਈਏ ਮੈਕਸੀਮਾਈਜ਼ ਵਿੰਡੋ ਇਨ ਵਰਡ ਕਰ ਸਕਦੇ ਹਾਂ। Shift F10 ਕਰ ਦਈਏ ਓਪਨ ਅਪ ਦੀ ਮੈਨੂ ਵਿੰਡੋ ਇਕੁਇਵਲੈਂਟ ਟੂ ਰਾਈਟ ਕਲਿੱਕ, ਜਿਵੇਂ ਆਪਾਂ ਮਾਊਸ ਦਾ ਰਾਈਟ ਕਲਿੱਕ ਕਰਦੇ ਹਾਂ ਉਹੀ ਕੰਮ ਕਰਦਾ Shift F10, ਠੀਕ ਹੈ। ਕਈ ਵਾਰੀ ਕਹਿੰਦਾ ਮੈਂ F8 ਦੱਬਿਆ ਸੀ ਨਾ, F10 CMOS ਦੇ ਵਿੱਚ ਐਂਟਰ ਕਰਨ ਲਈ ਵਰਤਿਆ ਜਾਂਦਾ। F7 ਜਾਂ F8 ਦੇ ਨਾਲ ਆਪਾਂ ਬੂਟ ਸੀਕੁਐਂਸ ਚੇਂਜ ਕਰ ਸਕਦੇ ਹਾਂ, ਠੀਕ ਆ। ਸੋ F11 ਹੈ, F11 ਐਗਜ਼ਿਟ ਐਂਡ ਐਂਟਰ ਫੁੱਲ ਸਕਰੀਨ ਮੋਡ ਇਨ ਬਰਾਊਜ਼ਰ ਦੇ ਵਿੱਚ ਐਗਜ਼ਿਟ ਤੇ ਐਂਟਰ ਫੁੱਲ ਸਕਰੀਨ ਮੋਡ, ਇਹ ਕਰਕੇ ਦੇਖ ਲਿਓ। Shift F11 ਕੀ ਕਰਦਾ, ਨਿਊ ਸਪਰੈਡਸ਼ੀਟ ਐਕਸਲ ਦੇ ਵਿੱਚ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਆਪਾਂ ਗੱਲ ਕਰੀਏ ਐਕਸਲ ਦੀ, ਹੈ ਨਾ, ਐਕਸਲ 2019 ਦੇ ਵਿੱਚ ਬਾਈ ਡਿਫਾਲਟ ਇੱਕ ਆਪਾਂ ਕਹਿ ਲਈਏ ਸਪਰੈਡਸ਼ੀਟ ਹੁੰਦੀ ਹੈ ਜਾਂ ਇੱਕ ਸ਼ੀਟ ਹੁੰਦੀ ਹੈ, ਤੇ 2019 ਤੋਂ ਪਹਿਲਾਂ ਸੀ ਜਿਹੜੇ ਉਹਦੇ ਵਿੱਚ 3 ਸ਼ੀਟਸ ਹੁੰਦੀਆਂ ਸੀ। ਤੇ ਜੇਕਰ ਅਸੀਂ ਨਵੀਂ ਸ਼ੀਟ ਐਡ ਕਰਨੀ ਹੈ ਇੱਕੋ ਹੀ ਵਰਕਬੁੱਕ ਦੇ ਵਿੱਚ, ਮੈਂ ਮਲਟੀਪਲ ਸ਼ੀਟਸ ਦੀ ਗੱਲ ਕਰਦਾ, ਜੇ ਅਸੀਂ ਨਵੀਂ ਸ਼ੀਟ ਐਡ ਕਰਨੀ ਹੈ ਤਾਂ ਆਪਾਂ ਕੀ ਕਰ ਦਾਂਗੇ, Shift F11 ਕਰ ਦਾਂਗੇ। ਤੇ ਨਿਊ ਮੈਕਰੋ ਐਡ ਕਰਨਾ ਹੈ ਵਰਕਬੁੱਕ ਦੇ ਵਿੱਚ ਤਾਂ ਕੰਟਰੋਲ F11 ਕਰ ਦਾਂਗੇ। ਮੈਕਰੋ ਕੀ ਹੁੰਦੇ ਨੇ, ਮੈਕਰੋ ਇੱਕ ਐਵੇਂ ਦੇ ਸੀਕੁਐਂਸ ਆਫ ਐਕਸ਼ਨ ਨੂੰ ਇੱਕ ਬਟਨ ਤੇ ਆਪਾਂ ਕਲਿੱਕ ਕਰ ਸਕਦੇ ਹਾਂ। ਮੰਨ ਲਓ ਮੈਂ ਕਿਤੋਂ ਡੇਟਾ ਕਾਪੀ ਕੀਤਾ, ਵਰਡ ਦੇ ਵਿੱਚ ਮੈਂ ਪੇਸਟ ਕੀਤਾ, ਫਿਰ ਉਹਦਾ ਮੈਂ ਫੌਂਟ ਚੇਂਜ ਕੀਤਾ, ਫਿਰ ਉਹਦੀ ਮੈਂ ਓਰੀਐਂਟੇਸ਼ਨ ਚੇਂਜ ਕੀਤੀ ਪੇਜ ਦੀ, ਫਿਰ ਮੈਂ ਸਾਈਜ਼ ਵਧਾਇਆ, ਫਿਰ ਮੈਂ ਉਹਦਾ ਫੌਂਟ ਚੇਂਜ ਕੀਤਾ, ਹੈ ਨਾ, ਸਾਈਜ਼ ਵਧਾਤਾ, ਤੇ ਫਿਰ ਉਹਦਾ ਮਾਰਜਨ ਸੈੱਟ ਕੀਤਾ। ਕਿੰਨਾ ਕੰਮ ਕਰ ਰਹੇ ਹਾਂ ਆਪਾਂ। ਅਸੀਂ ਚਾਹੁੰਦੇ ਹਾਂ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਕੰਮ ਦੇ ਲਈ ਇੱਕ ਬਟਨ ਬਣਾ ਦਈਏ, ਤਾਂ ਸੀਕੁਐਂਸ ਆਫ ਸਟੈਪਸ ਨੂੰ ਇੱਕ ਬਟਨ ਦੇ ਵਿੱਚ ਜੋੜ ਦੇਣਾ, ਉਹਨੂੰ ਆਪਾਂ ਕੀ ਬੋਲਦੇ ਹਾਂ, ਮੈਕਰੋ ਬੋਲ ਦਿੰਦੇ ਹਾਂ। ਤੇ ਜਦੋਂ ਤੁਸੀਂ ਤੁਹਾਡੀ ਸਿਲੈਕਸ਼ਨ ਹੋ ਗਈ, ਉੱਥੇ ਬਹੁਤ ਸਾਰੇ ਸਿਮਿਲਰ ਕੰਮ ਜਿਹੜੇ ਕਰਨੇ ਹੋਣਗੇ, ਉਦੋਂ ਤੁਸੀਂ ਸਰਚ ਕਰਿਓ
YouTube ਤੇ ਵੀ ਮੈਕਰੋ ਕਿਵੇਂ ਬਣਾਈ ਦੇ ਨੇ, ਮੈਕਰੋ ਬਣਾਉਣੇ ਸਿੱਖ ਲਿਓ, ਬਹੁਤ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਟੋਮੇਟ ਕਰ ਦੋਗੇ। ਇਹ ਕਹਿ ਲਓ ਵੀ ਵਰਡ ਐਕਸਲ ਪਾਵਰ ਪੁਆਇੰਟ ਦੇ ਵਿੱਚ ਆਪਣੇ ਤੁਸੀਂ ਬਟਨ ਬਣਾ ਸਕਦੇ ਹੋ ਵਾਇਆ ਮੈਕਰੋ ਦੁਆਰਾ, ਠੀਕ ਹੈ। ਸੋ ਬਹੁਤ ਇੰਪੋਰਟੈਂਟ ਹੈ। ਅਗਲਾ ਹੈ F12। F12 ਕੀ ਕਰਦਾ, ਸੇਵ ਐਜ਼ ਕਰਦਾ ਆਫਿਸ ਦੇ ਵਿੱਚ, ਹੈ ਨਾ। ਕੰਟਰੋਲ F12 ਕਰ ਦੇਈਏ ਤਾਂ ਓਪਨ ਡਾਕੂਮੈਂਟ ਇਨ MS ਆਫਿਸ, ਜਿਵੇਂ ਕੰਟਰੋਲ O ਦੀ ਤਰ੍ਹਾਂ ਹੀ ਕੰਮ ਕਰਦਾ ਇਹ। ਤੇ ਸ਼ਿਫਟ F12 ਕਰ ਦੇਈਏ ਸੇਵ ਕਰ ਦਿੰਦਾ ਹੈ, ਜਸਟ ਲਾਈਕ ਕੰਟਰੋਲ S, ਕੰਟਰੋਲ ਪਲੱਸ S। ਤੇ ਜੇ ਦੋਨੋਂ ਇਕੱਠੇ ਦੱਬ ਦਈਏ ਕੰਟਰੋਲ ਸ਼ਿਫਟ F12, ਫਿਰ ਕੀ ਕਰ ਦਿੰਦਾ, ਪ੍ਰਿੰਟ ਡਾਕੂਮੈਂਟ ਕਰ ਦਿੰਦਾ, ਜਿਵੇਂ ਕੰਟਰੋਲ P ਕਰਦੇ ਹੁੰਦੇ ਆਪਾਂ। ਇਹ ਵੀ ਯਾਦ ਰੱਖ ਲਿਓ, ਠੀਕ ਹੈ, ਇੰਪੋਰਟੈਂਟ ਹੈ। ਹੁਣ ਆਪਾਂ ਕੁਐਸਚਨ ਦੇਖ ਲਈਏ ਹੈਲਪ ਦੇ ਲਈ। ਵੈਸੇ ਤੁਸੀਂ ਭੁੱਲ ਗਏ ਹੋਵੋਗੇ, ਹੈਲਪ ਦੇ ਲਈ F1 ਸੀਗਾ ਪਹਿਲਾਂ ਹੀ, ਯਾਦ ਹੋ ਗਿਆ ਹੋਣਾ, ਹੈ ਨਾ। ਹੁਣ ਅਗਲਾ, ਯੂਜ਼ਿੰਗ ਫਾਈਂਡ ਕਮਾਂਡ ਇਨ ਵਰਡ ਵੀ ਕੈਨ ਸਰਚ। ਫਾਈਂਡ ਕਮਾਂਡ ਦੇ ਨਾਲ ਆਪਾਂ ਕੀ ਸਰਚ ਕਰ ਸਕਦੇ ਹਾਂ, ਕੀ ਕਰੈਕਟਰ, ਇੱਕ ਅੱਖਰ ਸਰਚ ਕਰ ਸਕਦੇ ਹਾਂ, ਹੋਲ ਵਰਡ ਕਰ ਸਕਦੇ ਹਾਂ, ਕੀ ਸਿੰਬਲ ਕਰ ਸਕਦੇ ਹਾਂ। ਤਾਂ ਆਪਾਂ ਸਾਰਾ ਕੁਝ ਹੀ ਕਰ ਸਕਦੇ ਹਾਂ, ਠੀਕ ਹੈ। ਜਦੋਂ ਅਸੀਂ ਕੰਟਰੋਲ F ਕਰਾਂਗੇ ਤਾਂ ਇੱਥੇ ਚੱਲ ਜੂਗਾ ਸਾਡਾ ਕੰਟਰੋਲ, ਇੱਥੇ ਅਸੀਂ ਸਰਚ ਕਰਾਂਗੇ, ਕਿਉਂਕਿ ਮੈਂ ਲਿਖਿਆ ਹੋਇਆ ਪੰਜਾਬ ਕੋਆਪਰੇਟਿਵ ਕਲਰਕ 2016 ਕਰਕੇ, ਹੈ ਨਾ। ਤਾਂ ਨੋ ਮੈਚ, ਨੋ ਵਰਡ ਫਾਊਂਡ ਜਾਂ ਨੋ ਮੈਚਸ, ਕੰਟਰੋਲ F ਦੇ ਨਾਲ ਆਉਂਦਾ, ਇਹ ਯਾਦ ਰੱਖਣਾ। ਤੇ ਜੇ ਅਸੀਂ ਕੰਟਰੋਲ H ਕਰ ਦਈਏ ਵਰਡ ਦੇ ਵਿੱਚ ਤਾਂ ਉਹ ਇੱਥੇ ਸਰਚ ਨਹੀਂ ਕਰਦਾ, ਉਹ ਅਲੱਗ ਤੋਂ ਫਾਈਂਡ ਐਂਡ ਰਿਪਲੇਸ ਦੀ ਵਿੰਡੋ ਖੋਲ੍ਹੀ ਹੁੰਦੀ ਹੈ। ਦੇਖੋ ਤਿੰਨ ਚੀਜ਼ਾਂ ਨੇ, ਆਪਾਂ ਫਾਈਂਡ ਕਰ ਸਕਦੇ ਹਾਂ, ਰਿਪਲੇਸ ਕਰ ਸਕਦੇ ਹਾਂ, ਗੋ ਟੂ ਕਰ ਸਕਦੇ ਹਾਂ। ਕਿਸੇ ਸਪੈਸੀਫਿਕ ਲੋਕੇਸ਼ਨ ਤੇ ਜਾਣਾ ਤਾਂ ਆਪਾਂ ਗੋ ਟੂ ਕਰਾਂਗੇ, ਜੇ ਰਿਪਲੇਸ ਜਾਣਾ ਪਹਿਲਾਂ ਫਾਈਂਡ ਕਰਨਾ ਪਊਗਾ, ਫਿਰ ਆਪਾਂ ਰਿਪਲੇਸ ਕਰਾਂਗੇ। ਮੰਨ ਲਓ ਮੇਰੇ ਕੋਲੇ ਇਹ ਇੱਕ ਸੀਰੀਜ਼ ਹੈ 23, 24, 25 ਤੇ ਮੈਂ ਫਾਈਂਡ ਕੀਤਾ ਵੀ ਫਾਈਂਡ ਦੇ ਵਿੱਚ ਮੈਂ ਇੱਥੇ ਲਿਖਤਾ ਫਾਈਂਡ ਵਾਲੀ ਵਿੰਡੋ ਦੇ ਵਿੱਚ 2, ਜਿੱਥੇ ਜਿੱਥੇ 2 ਆ ਜੇ ਫਾਈਂਡ ਮੈਨੂੰ ਰਿਜ਼ਲਟ ਦੇ ਦੂਗਾ ਵੀ ਕਿੰਨੀਆਂ ਲੋਕੇਸ਼ਨਾਂ ਤੇ 2 ਆ ਰਿਹਾ। ਰਿਪਲੇਸ ਦੇ ਵਿੱਚ ਮੈਂ ਉੱਪਰ ਆ ਜਾਊਗਾ ਵੀ ਫਾਈਂਡ ਵਟ 2 ਫਾਈਂਡ ਕਰਨਾ, ਰਿਪਲੇਸ ਵਿਦ 3 ਨਾਲ ਕਰਨਾ। ਤਾਂ ਜਿੱਥੇ ਜਿੱਥੇ 2 ਆ ਉੱਥੇ ਜਾ ਕੇ ਆਟੋਮੈਟਿਕਲੀ ਰਿਪਲੇਸ ਹੋ ਜਾਊਗਾ, ਤੁਹਾਨੂੰ ਚੇਂਜ ਕਰਨ ਦੀ ਲੋੜ ਨਹੀਂ। ਬਹੁਤ ਤਕੜਾ ਫੀਚਰ ਹੈ ਵੀ, ਹੈ ਨਾ। ਤਾਂ ਇਹ ਗੱਲ ਪਤਾ ਇੱਥੇ ਕੀ ਯਾਦ ਰੱਖਣੀ ਹੈ, ਜੇ ਆਪਾਂ ਕਰਦੇ ਹਾਂ ਕੰਟਰੋਲ F ਤਾਂ ਜਾਊਗਾ ਇੱਥੇ, ਤੇ ਜੇ ਕੰਟਰੋਲ H ਕਰਾਂਗੇ ਫਿਰ ਕੰਟਰੋਲ H ਦਾ ਮਤਲਬ ਹੁੰਦਾ ਰਿਪਲੇਸ। ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਕਿ ਵਰਡ ਦੇ ਵਿੱਚ ਰਿਪਲੇਸ ਦੇ ਲਈ ਕਿਹੜਾ ਸ਼ਾਰਟਕਟ ਹੈ, ਕੰਟਰੋਲ H। ਤੇ ਜੇ ਆਪਾਂ ਨੂੰ ਪੁੱਛ ਲੇ ਕੰਟਰੋਲ G ਤਾਂ ਉਹ ਗੋ ਟੂ ਤੇ ਜਾਵਾਂਗੇ, ਆਪਾਂ ਕੰਟਰੋਲ G ਦੇ ਨਾਲ ਗੋ ਟੂ ਤੇ ਜਾਵਾਂਗੇ। ਗੋ ਟੂ ਦੇ ਵਿੱਚ ਆਹ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਇਹ ਗੱਲਾਂ ਯਾਦ ਰੱਖਣੀਆਂ ਨੇ। ਤਾਂ ਇਹਦੀ ਦੁਆਰਾ ਆਪਾਂ ਤਿੰਨੋਂ ਚੀਜ਼ਾਂ ਸਰਚ ਕਰ ਸਕਦੇ ਹਾਂ। ਅਗਲਾ ਕੁਐਸਚਨ ਹੈ, ਡੈਸ਼ ਇਜ਼ ਏ ਗਰੁੱਪ ਆਫ ਸੈੱਲ ਦੈਟ ਫਾਰਮਸ ਏ ਰੈਕਟੈਂਗਲ ਔਨ ਏ ਸਕਰੀਨ। ਕਹਿੰਦਾ ਕਿਹੜੇ ਇਹਨਾਂ ਚੋਂ ਗਰੁੱਪ ਆਫ ਸੈੱਲ ਨੇ ਕਿ ਰੇਂਜ, ਫਾਰਮੂਲਾ ਕੈਲਕੂਲੇਸ਼ਨ ਤੇ ਰੇਂਜ ਐਡਰੈਸ। ਤਾਂ ਇਹ ਹੁਣ ਰੈਕਟੈਂਗਲ ਬਣੀ ਹੋਈ ਹੈ ਨਾ ਇੱਕ, ਤਾਂ ਆ ਆਪਾਂ ਇੱਥੇ ਲਿਖਿਆ ਇਜ਼ ਇਕੁਅਲ ਟੂ, ਇੱਕ ਇਹ ਗੱਲ ਯਾਦ ਰੱਖਣੀ ਹੈ, ਫਾਰਮੂਲਾ ਹੈਗਾ ਜਿਹੜਾ ਐਕਸਲ ਦੇ ਵਿੱਚ ਉਹ ਇਕੁਅਲ ਟੂ ਸਿੰਬਲ ਦੇ ਨਾਲ ਸਟਾਰਟ ਹੁੰਦਾ ਹੈ। ਕੁਐਸਚਨ ਪੁੱਛਿਆ ਜਾ ਚੁੱਕਿਆ, ਫਾਰਮੂਲਾ ਹੈ ਜਿਹੜਾ ਉਹ ਇਕੁਅਲ ਟੂ ਸਿੰਬਲ ਦੇ ਨਾਲ ਸਟਾਰਟ ਹੁੰਦਾ ਹੈ, ਤੇ ਜਿਹੜੀ ਰੇਂਜ ਹੈਗੀ ਆ ਇਹ ਸਪੈਸੀਫਾਈ ਕੀਤੀ ਜਾਂਦੀ ਹੈ ਕਾਲਮ ਸਿੰਬਲ ਦੁਬਾਰਾ। ਤਾਂ ਮੈਂ ਲਿਖਿਆ ਇਜ਼ ਇਕੁਅਲ ਟੂ B4, ਆ ਦੇਖੋ ਆ B4 ਹੈ ਪਹਿਲਾ, B4 ਤੋਂ ਲੈ ਕੇ ਕਾਲਨ ਪਾਇਆ E10 ਤੱਕ, ਆਹ ਵਾਲਾ ਐਂਡ ਵਾਲਾ E10 ਹੈ। ਤਾਂ ਇਹ ਰੇਂਜ ਹੈ ਪੂਰੀ, ਆਹ ਰੇਂਜ ਨੂੰ ਆਪਾਂ ਸਪੈਸੀਫਾਈ ਕਰ ਰਹੇ ਹਾਂ B4 ਤੋਂ ਲੈ ਕੇ E4 ਤੱਕ। ਤਾਂ ਇਹਦੇ ਨਾਲ ਸਿਲੈਕਸ਼ਨ ਦੀ ਆਟੋਮੈਟਿਕਲੀ ਕੀ ਬਣ ਗਈ, ਰੈਕਟੈਂਗਲ ਬਣ ਗਈ। ਉਹੀ ਪੁੱਛ ਰਿਹਾ ਉਹ ਵੀ ਇਹ ਕੀ ਹੈ, ਇਹ ਰੇਂਜ ਹੈ ਅਸਲ ਦੇ ਵਿੱਚ। ਤਾਂ ਫਿਰ ਇਹਦਾ A ਆਨਸਰ ਹੈ। ਬਹੁਤ ਵਧੀਆ ਕੁਐਸਚਨ ਹੈ ਨਾ, ਸੋ ਇਹ ਆਨਸਰ ਹੈ। ਅਗਲਾ ਕੁਐਸਚਨ, ਸਲਾਈਡਸ ਕੈਨ ਹੈਵ। ਆਪਾਂ ਜਿਹਨੂੰ ਹੁਣ ਮੈਂ ਤੁਹਾਨੂੰ ਪੜ੍ਹਾ ਰਿਹਾ ਤਾਂ ਆਪਾਂ ਪਾਵਰ ਪੁਆਇੰਟ ਦੀਆਂ ਸਲਾਈਡ ਤੇ ਹੀ ਕੰਮ ਕਰ ਰਹੇ ਹਾਂ ਵੀ ਸਲਾਈਡਸ ਦੇ ਵਿੱਚ ਕੀ ਹੋ ਸਕਦਾ ਹੈ। ਟਾਈਟਲ ਹੋ ਸਕਦਾ, ਆਹ ਦੇਖੋ ਟਾਈਟਲ ਹੈ ਸਲਾਈਡ ਦਾ, ਟੈਕਸਟ ਆ, ਸਾਰੀ ਟੈਕਸਟ ਹੈ, ਗ੍ਰਾਫ ਮੈਂ ਨਹੀਂ ਬਣਾਇਆ, ਗ੍ਰਾਫ ਹੋ ਸਕਦਾ ਹੈ, ਡਰਾਨ ਆਬਜੈਕਟ ਜਿਵੇਂ ਆ ਆਪਣਾ ਲੋਗੋ ਡਰਾਨ ਆਬਜੈਕਟ ਹੈ, ਸ਼ੇਪਸ ਹੈ, ਸ਼ੇਪਸ ਵੀ ਲੈ ਸਕਦੇ ਹਾਂ ਆਪਾਂ, ਸਕੁਆਇਰ, ਟ੍ਰਾਇੰਗਲ, ਹੈ ਨਾ, ਸਰਕਲ, ਉਹ ਲੈ ਸਕਦੇ ਹਾਂ, ਕਲਿੱਪ ਆਰਟ ਲੈ ਸਕਦੇ ਹਾਂ, ਕੋਈ ਡਰਾਨ ਆਰਟ, ਵਿਜ਼ੂਅਲ, ਕੋਈ ਵਿਜ਼ੂਅਲਾਈਜੇਸ਼ਨ ਕਰਾਉਣੀ ਹੈ ਨਾ, ਵੀਡੀਓ ਵਗੈਰਾ ਚਲਾਉਣੀ ਹੈ, ਤਾਂ ਇਹ ਸਾਰਾ ਕੁਝ ਹੀ ਕਰ ਸਕਦੇ ਹਾਂ। ਆਲ ਆਫ ਦੀ ਅਬਵ ਆਨਸਰ ਹੈ, ਠੀਕ ਹੈ। ਅਗਲਾ, ਟੂ ਐਡ ਸਲਾਈਡ ਮਾਸਟਰ ਆਪਸ਼ਨ ਇਨ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਯੂ ਵਿਲ ਸਿਲੈਕਟ ਮੈਨੂ। ਕਿਹੜੀ ਮੈਨੂ ਦੇ ਵਿੱਚ ਸਲਾਈਡ ਮਾਸਟਰ ਆਊਗਾ? ਆ ਦੇਖੋ ਸਲਾਈਡ ਮਾਸਟਰ ਹੈ ਇੱਥੇ, ਜੇ ਹੋਣਾ ਸਲਾਈਡ ਸੌਰਟਰ ਪਿਆ, ਇਹ ਸਲਾਈਡ ਮਾਸਟਰ ਆ ਪਿਆ, ਸਲਾਈਡ ਮਾਸਟਰ। ਇਹ ਕਿਹੜੀ ਵਿਊ ਟੈਬ ਦੇ ਵਿੱਚ, ਆ ਯਾਦ ਰੱਖਣਾ। ਪ੍ਰੈਜੈਂਟੇਸ਼ਨ ਵਿਊ ਪੁੱਛ ਲੈਂਦਾ ਕਈ ਵਾਰੀ, ਕਿਹੜੇ ਕਿਹੜੇ ਪ੍ਰੈਜੈਂਟੇਸ਼ਨ ਵਿਊ ਹੁੰਦੇ ਨੇ। ਇੱਕ ਨਾਰਮਲ ਹੁੰਦਾ, ਆਊਟਲਾਈਨ ਵਿਊ ਹੁੰਦਾ, ਸਲਾਈਡ ਸੌਰਟਰ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਸਲਾਈਡ ਸੌਰਟਰ ਆਪਾਂ ਦੇਖਿਆ ਸੀ ਨਾ, ਤੇ ਨੋਟ ਪੇਜਿਸ ਤੇ ਰੀਡਿੰਗ ਵਿਊ, ਇਹ ਸਾਰੇ ਵਿਊ ਨੇ। ਪਲੱਸ ਇੱਕ ਕੀ ਹੁੰਦਾ ਮਾਸਟਰ ਵਿਊ ਦੇ ਵਿੱਚ ਸਲਾਈਡ ਮਾਸਟਰ, ਹੈਂਡ ਆਊਟ, ਉਹ ਨਹੀਂ ਅੱਗੇ ਨਹੀਂ ਹੈ ਨਾ, ਹੈਂਡ ਆਊਟ ਮਾਸਟਰ, ਨੋਟ ਮਾਸਟਰ।
ਤੇ ਇੱਕ ਆਹ ਚੀਜ਼ਾਂ ਨੇ ਵਿਊ ਦੇ ਵਿੱਚ ਰੂਲਰ, ਗ੍ਰਿਡ ਤੇ ਗਾਈਡ। ਇਹ ਬਹੁਤ ਵਾਰੀ ਪੁੱਛੀਆਂ ਗਈਆਂ ਚੀਜ਼ਾਂ ਨੇ, ਯਾਦ ਰੱਖਣਾ। ਵਿਊ ਦੇ ਵਿੱਚ ਰੂਲਰ, ਗ੍ਰਿਡ ਤੇ ਗਾਈਡ, ਹਨਾ, ਇਹ ਵੀ ਚੀਜ਼ਾਂ ਤੁਸੀਂ ਯਾਦ ਕਰ ਲਿਓ। ਤਾਂ ਇਹਦਾ ਆਨਸਰ ਆਪਣੇ ਕੋਲੇ ਫਿਰ ਕੀ ਆ, ਵਿਊ ਹੈ। ਠੀਕ ਹੈ, ਕਿਉਂਕਿ ਵਿਊ ਦੇ ਵਿੱਚ ਹੁੰਦਾ ਸਲਾਈਡ ਮਾਸਟਰ, ਤਾਂ ਯਾਦ ਰੱਖ ਲਿਓ। ਠੀਕ ਹੈ, ਅਗਲਾ, ਟੂ ਓਪਨ ਦੀ ਐਗਜ਼ਿਸਟਿੰਗ ਪ੍ਰੈਜੈਂਟੇਸ਼ਨ ਇਨ MS PowerPoint ਪ੍ਰੈਸ। ਐਗਜ਼ਿਸਟਿੰਗ ਪ੍ਰੈਜੈਂਟੇਸ਼ਨ ਦੇ ਲਈ ਆਪਾਂ ਕੀ ਕਰਾਂਗੇ, ਨਨ ਆਫ ਦੀ ਅਬਵ, ਇਹਨਾਂ ਚੋਂ ਕੋਈ ਨਹੀਂ ਚੱਲੂਗਾ। ਕੰਟਰੋਲ ਓਪਨ, ਪਹਿਲਾਂ ਬਣੀ ਹੋਈ ਹੈ ਤਾਂ ਫਾਈਲਾਂ ਨੂੰ ਓਪਨ ਕਰਾਂਗੇ ਕੰਟਰੋਲ O ਦੇ ਨਾਲ। ਠੀਕ ਆ, ਸ਼ਾਰਟਕਟ ਦੇਖ ਲਓ। ਕਾਪੀ ਦੇ ਲਈ ਕੰਟਰੋਲ C, ਬਹੁਤ ਇੰਪੋਰਟੈਂਟ ਨੇ, ਬੇਸਿਕ ਨੇ। ਬਾਕੀ ਦੀਆਂ ਮੈਂ 2 ਮੈਰਾਥਨ ਦੇ ਵਿੱਚ ਵੀ ਕਰਾਏ ਹੋਏ ਨੇ, ਪਹਿਲਾ ਪਾਰਟ ਤੇ ਦੂਜੇ ਪਾਰਟ ਦੇ ਵਿੱਚ। ਇੱਕ ਵਾਰੀ ਫੇਰ ਦੇਖ ਲਓ, ਰਿਵੀਜ਼ਨ ਹੋ ਜੂਗੀ। ਕੰਟਰੋਲ C ਕਾਪੀ, ਕੱਟ ਦੇ ਲਈ ਕੰਟਰੋਲ X, ਪੇਸਟ ਦੇ ਲਈ ਕੰਟਰੋਲ V, ਅੰਡੂ ਕਰਨ ਦੇ ਲਈ ਕੰਟਰੋਲ Z, ਰੀਡੂ ਦੇ ਲਈ ਕੰਟਰੋਲ Y, ਓਪਨ ਐਗਜ਼ਿਸਟਿੰਗ ਫਾਈਲ ਦੇ ਲਈ ਕੰਟਰੋਲ O, ਸੇਵ ਦੇ ਲਈ ਕੰਟਰੋਲ S, ਸੇਵ ਐਜ਼ ਦੇ ਲਈ F12 ਆਲਰੇਡੀ ਪੜ੍ਹ ਚੁੱਕੇ ਹਾਂ, ਪ੍ਰਿੰਟ ਦੇ ਲਈ ਕੰਟਰੋਲ P। ਠੀਕ ਹੈ, ਅਗਲਾ ਕੁਐਸਚਨ ਹੈ, if we want to select all the text in Microsoft Word we will use shortcut key। ਜੇ ਸਾਰਾ ਕੁਝ ਸਿਲੈਕਟ ਕਰਨਾ ਤਾਂ ਕੰਟਰੋਲ A ਹੁੰਦਾ, ਬਹੁਤ ਸੌਖਾ ਹੈ। ਠੀਕ ਹੈ, ਸਿਲੈਕਟਿੰਗ ਟੈਕਸਟ ਮੀਨਸ ਸਿਲੈਕਟਿੰਗ, ਇੱਕ ਟੈਕਸਟ ਸਿਲੈਕਟ ਕਰਨ ਦਾ ਕੀ ਮਤਲਬ ਹੁੰਦਾ ਹੈ, ਕੋਈ ਵਰਡ ਸਿਲੈਕਟ ਕਰ ਲਈਏ, ਜਿਵੇਂ ਆ ਇੱਕ ਵਰਡ ਸਿਲੈਕਟ ਕਰ ਲਿਆ ਮੈਂ, ਕੰਪਲੀਟ ਲਾਈਨ, ਆ ਸਾਰੀ ਦੀ ਸਾਰੀ ਲਾਈਨ ਸਿਲੈਕਟ ਕਰ ਲਈ, ਐਂਟਾਇਰ ਸੈਂਟੈਂਸ, ਸਾਰਾ ਸੈਂਟੈਂਸ, ਪੈਰਾਗ੍ਰਾਫ ਸਿਲੈਕਟ ਕਰ ਲਿਆ, ਤਾਂ ਕੋਈ ਵੀ ਹੋ ਸਕਦਾ ਹੈ। ਸਿਲੈਕਟਿੰਗ ਦਾ ਮੀਨਿੰਗ, ਇਹ ਰਿਪੀਟ ਵੀ ਹੋ ਚੁੱਕਿਆ ਕੁਐਸਚਨ ਪਹਿਲਾਂ, ਹੋਰ ਤਰੀਕੇ ਨਾਲ ਪੁੱਛਿਆ ਸੀ, ਫਾਈਂਡ ਦੇ ਲਈ, ਹੁਣ ਸਿਲੈਕਟਿੰਗ ਦੇ ਲਈ। ਤਾਂ ਆਨਸਰ ਹੈ ਐਨੀ ਆਫ ਦੀ ਅਬਵ। ਠੀਕ ਆ, ਅਗਲਾ ਕੁਐਸਚਨ ਹੈ, ਦੀ ਹੈਡਰ ਐਂਡ ਫੁਟਰ ਕੈਨ ਬੀ ਐਡਡ ਬਾਈ ਚੂਜ਼ਿੰਗ ਹੈਡਰ ਮੈਨੂ ਐਂਡ ਫੁਟਰ ਆਪਸ਼ਨ ਫਰੋਮ। ਕਹਿੰਦਾ ਹੈਡਰ ਤੇ ਫੁਟਰ ਨੇ, ਕਹਿੰਦਾ ਇਹ ਕਿਵੇਂ ਆਪਾਂ ਚੂਜ਼ ਕਰ ਸਕਦੇ ਹਾਂ, ਕਿਹੜੀ ਆਪਸ਼ਨ ਦੇ ਵਿੱਚੋਂ। ਤਾਂ ਆਪਾਂ ਨੂੰ ਪਤਾ ਹੈ ਇਹ ਇਨਸਰਟ ਦੇ ਵਿੱਚ ਹੁੰਦੇ ਨੇ। ਆਹ ਦੇਖੋ, ਆਹ ਪਏ ਨੇ ਐਂਡ ਤੇ ਹੈਡਰ ਤੇ ਫੁਟਰ, ਇਹ ਯਾਦ ਰੱਖਣਾ। ਠੀਕ ਆ, ਸੋ ਇਹ ਕਾਹਦੇ ਚ ਆ ਗਿਆ, ਇਨਸਰਟ ਦੇ ਵਿੱਚ। ਬੀ ਆਨਸਰ ਹੈ। ਅਗਲਾ ਕੁਐਸਚਨ, ਦੀ ਗ੍ਰਾਮਰ ਡਾਇਲੌਗ ਬਾਕਸ ਕੈਨ ਬੀ ਇਨਵੋਲਵਡ ਬਾਈ ਚੂਜ਼ਿੰਗ ਗ੍ਰਾਮਰ ਫਰੋਮ ਮੈਨੂ ਇਨ ਮਾਈਕਰੋਸਾਫਟ ਵਰਡ 2003। ਤਾਂ ਹੁਣ 2016 ਦਾ ਪੇਪਰ ਹੈ ਇਹ, 2016 ਦੇ ਵਿੱਚ 2019 ਤਾਂ ਆਇਆ ਨਹੀਂ ਸੀ, ਹਨਾ, ਤਾਂ 2016 ਦੇ ਕੁਐਸਚਨ ਪੁੱਛ ਸਕਦਾ, 13 ਦੇ ਤੇ 10 ਦੇ, 7 ਦੇ ਪੁੱਛ ਸਕਦੇ, ਬਟ ਉਹਨੇ 2003 ਦਾ ਪੁੱਛ ਲਿਆ। ਹੁਣ ਮੈਨੂੰ ਲੱਗਦਾ ਵੀ ਨਹੀਂ ਪੁੱਛੂਗਾ 3 ਦਾ, ਕਿਉਂਕਿ ਹੁਣ ਤਾਂ ਅੱਜ ਕੱਲ 2019 ਚੋਂ ਪੁੱਛੇ ਜਾਂਦੇ ਨੇ। ਪਰ ਮੈਂ ਫਿਰ ਵੀ ਦੱਸ ਦਿੰਦਾ, ਜੇ ਹੋ ਸਕਦਾ ਕਈ ਵਾਰੀ ਬੰਦਾ ਇਹੀ ਚੱਕ ਕੇ ਪਾ ਦੇ, ਤਾਂ ਤੁਸੀਂ ਯਾਦ ਕਰ ਲਿਓ ਆਨਸਰ ਇਹਦਾ ਟੂਲਸ ਦੇ ਵਿੱਚ। ਤਾਂ ਉਹ ਪੁੱਛ ਰਿਹਾ ਗ੍ਰਾਮਰ ਡਾਇਲੌਗ ਬਾਕਸ ਕਾਹਦੇ ਚ ਹੁੰਦਾ, ਟੂਲਸ ਦੇ ਵਿੱਚ ਹੁੰਦਾ। ਦੇਖੋ ਮੈਂ ਦਿਖਾ ਵੀ ਦਿੰਦਾ, ਇਹ ਹੈਗਾ 2003 ਵਰਡ 2003 ਦਾ ਇੰਟਰਫੇਸ। ਤਾਂ ਇਹ ਸੀਗਾ ਟੂਲਸ ਦੇ ਵਿੱਚ ਹੁੰਦਾ ਗ੍ਰਾਮਰ ਡਾਇਲੌਗ ਬਾਕਸ। ਬਟ 2019 ਦੇ ਵਿੱਚ ਟੂਲਸ ਨਾਮ ਦਾ ਕੋਈ ਵੀ ਮੈਨੂ ਨਹੀਂ ਹੈਗੀ। 2019 ਦੇ ਵਿੱਚ ਰਿਵਿਊ ਦੇ ਵਿੱਚ ਚਲੀਆਂ ਗਈਆਂ ਇਹ ਚੀਜ਼ਾਂ। ਦੇਖੋ ਪ੍ਰੂਫਿੰਗ ਦੇ ਵਿੱਚ ਸਪੈਲਿੰਗ ਐਂਡ ਗ੍ਰਾਮਰ, ਵਰਡ ਕਾਊਂਟ, ਥਿਜ਼ੋਰਸਿਸ, ਇਹ ਸਾਰੀਆਂ ਕਾਹਦੇ ਚ ਨੇ, ਰਿਵਿਊ ਦੇ ਵਿੱਚ। 2019 ਵਾਲਾ ਤਾਂ ਪੁੱਛ ਹੀ ਸਕਦਾ ਨਾ ਆਪਾਂ ਨੂੰ, ਇਹ ਯਾਦ ਰੱਖਿਓ। 2019 ਦੇ ਵਿੱਚ ਰਿਵਿਊ ਦੇ ਵਿੱਚ ਲੈਂਗੁਏਜ ਵੀ ਇੱਥੇ ਹੈ ਤੇ ਆਹ ਚੀਜ਼ਾਂ ਵੀ ਇੱਥੇ, ਇਹ ਵੀ ਪੜ੍ਹ ਲਿਓ। ਤੇ ਹੋਰ ਇਹਦੇ ਚੋਂ ਮੈਂ ਦੱਸਦਾ, ਸ਼ੋ ਕਮੈਂਟ ਵੀ ਪੁੱਛ ਸਕਦਾ। ਫਿਰ ਆਪਾਂ ਨੂੰ ਹੋਰ ਤਾਂ ਚਲੋ ਟਰੈਕਿੰਗ, ਚਲੋ ਇਹ ਨਹੀਂ ਜਾਂਦੀਆਂ ਚੀਜ਼ਾਂ ਪੁੱਛਦਾ, ਆਹ ਪੁੱਛ ਸਕਦਾ। ਠੀਕ ਹੈ, ਯਾਦ ਰੱਖਿਓ। ਸੋ ਇਹ ਗੱਲ ਹੈ ਵੀ 2003 ਦੇ ਵਿੱਚ ਟੂਲਸ ਦੇ ਵਿੱਚ ਸਪੈਲਿੰਗ ਸੀ। ਇਹੀ ਚੀਜ਼ 2007 ਜਾਂ 2007 ਤੋਂ ਹਾਇਰ ਦੇ ਵਿੱਚ ਰਿਵਿਊ ਟੈਬ ਦੇ ਵਿੱਚ ਪ੍ਰੂਫਿੰਗ ਗਰੁੱਪ ਦੇ ਵਿੱਚ ਸਪੈਲਿੰਗ। ਠੀਕ ਹੈ, ਯਾਦ ਰਹਿ ਜੂਗੀ ਚੀਜ਼। ਤਾਂ ਫਿਰ ਇਹਦਾ ਆਨਸਰ ਸੀਗਾ C, ਟੂਲ। ਅਗਲਾ ਕੁਐਸਚਨ, ਦੀ ਸ਼ਾਰਟਕਟ ਕੀ ਟੂ ਲਾਈਨ ਦੀ ਡਾਕੂਮੈਂਟ ਫਰੋਮ ਬੋਥ ਸਾਈਡ ਲੈਫਟ ਐਂਡ ਰਾਈਟ ਸਾਈਡ ਆਫ ਦਾ ਮਾਰਜਨ। ਤਾਂ ਜਿਵੇਂ ਹੁਣ ਆਹ ਦੇਖੋ, ਆਹ ਹੈਗਾ ਰਾਈਟ ਸਾਈਡ, ਆਪਾਂ ਇਧਰੋਂ ਵੀ ਮਾਰਜਨ ਸੈੱਟ ਕੀਤਾ, ਇਧਰੋਂ ਵੀ ਸੈੱਟ ਕੀਤਾ, ਤਾਂ ਇੱਕੋ ਜਿਹਾ ਆ ਰਿਹਾ ਨਾ। ਤਾਂ ਇਹ ਕਿੱਥੇ ਹੋ ਸਕਦਾ, ਮੈਂ ਸਾਰੇ ਕਰਾ ਦੇਣਾ ਤੁਹਾਨੂੰ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਹਰ ਪੇਪਰ 'ਚ ਇੱਕ ਨਾ ਦਾ ਪੁੱਛਿਆ ਹੀ ਜਾਂਦਾ। ਜੇ ਰਾਈਟ ਉਹਨੂੰ ਸਿਲੈਕਟ ਕਰਨਾ, ਰਾਈਟ ਸਾਈਡ ਤੇ ਲੈ ਕੇ ਜਾਣਾ, ਰਾਈਟ ਜਸਟੀਫਾਈਡ ਕਰਨਾ, ਤਾਂ ਕੰਟਰੋਲ R। ਲੈਫਟ ਵਾਲੀ ਸਾਈਡ ਤੇ ਸਿਲੈਕਟ ਕਰਨਾ, ਲੈਫਟ ਜਸਟੀਫਾਈਡ ਰੱਖਣਾ, ਤਾਂ ਕੰਟਰੋਲ L। ਤੇ ਜੇ ਸੈਂਟਰ 'ਚ ਰੱਖਣਾ ਤਾਂ ਕੰਟਰੋਲ E। ਤੇ ਜਸਟੀਫਾਈਡ ਰੱਖਣਾ ਦੋਨੋਂ ਪਾਸਿਆਂ ਤੋਂ, ਸਟ੍ਰੇਟ ਐਜਸ ਬੋਥ ਸਾਈਡ, ਤਾਂ ਕੰਟਰੋਲ J। ਆਪਾਂ ਨੂੰ ਦੋਨੋਂ ਸਾਈਡਾਂ ਤੋਂ ਪੁੱਛਿਆ ਤਾਂ ਕੰਟਰੋਲ J। ਆਲਟ J ਨਹੀਂ ਹੈਗਾ, ਯਾਦ ਰੱਖਣਾ। ਠੀਕ ਹੈ, ਇੱਥੇ ਆਪਾਂ ਕਨਫਿਊਜ਼ ਹੋ ਸਕਦੇ ਹਾਂ। ਕੰਟਰੋਲ J ਮਤਲਬ ਜਸਟੀਫਾਈਡ। ਕਲੀਅਰ ਹੋ ਗਿਆ ਜੀ। ਅਗਲਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਸ਼ੁੱਡ ਯੂ ਯੂਜ਼ ਇਫ ਯੂ ਵਾਂਟ ਐਨ ਨਹੀਂ ਆਉਣਾ ਸੀਗਾ ਯਾਰ, ਇੱਥੇ ਦਾ ਹੈ ਨਾ, ਇਕੱਠੇ ਥੋੜੀ ਆ ਸਕਦੇ ਐਨ ਦਾ। ਇਫ ਯੂ ਵਾਂਟ ਦੀ ਸਲਾਈਡ ਇਨ ਪ੍ਰੈਜੈਂਟੇਸ਼ਨ ਹੈਵ ਦੀ ਸੇਮ ਲੁੱਕ। ਚਲੋ ਮੀਨਿੰਗ ਸਿੰਪਲ ਸਮਝ ਆ ਗਿਆ ਵੀ ਹੇਠ ਲਿਖਿਆਂ ਚੋਂ ਕਿਹੜੀ ਚੀਜ਼ ਆਪਾਂ, ਕਿਹੜਾ ਫੀਚਰ ਚੂਜ਼ ਕਰਾਂਗੇ ਜੇ ਅਸੀਂ ਚਾਹੁੰਦੇ ਹਾਂ ਪ੍ਰੈਜੈਂਟੇਸ਼ਨ ਤੇ ਸੇਮ ਲੁੱਕ ਹੋਵੇ।
ठीक है, थोड़ी बहुत टाइपिंग मिस्टेक भी हो जाती है मेरे तो। कहना कि प्रेजेंटेशन डिजाइन टैंपलेट वरतांगे, एड ए स्लाइड ऑप्शन, आउटलाइन व्यू दी स्लाइड लेआउट ऑप्शन। तो एड ए स्लाइड ऑप्शन भी नहीं है, दी स्लाइड लेआउट ऑप्शन भी नहीं है, मैं आउटलाइन व्यू भी नहीं है, ये व्यू का ही आउटलाइन व्यू। लेआउट नहीं हुंदा, आ देखो लेआउट दे विच जस्ट असीं देख सकते हैं भी आह वाला स्ट्रक्चर लेना है, ये वाला लेना है, ये वाला रखना है, 2 कॉलम रखना है ना, 3 कॉलम 4 किवें जे रखना है, ये हुंदा लेआउट दे विच। ते जे आपां डिजाइन दे विच जावांगे, डिजाइन दे विच आ सारे थीम ने, इन्हां नूं थीम भी बोल दिंदे आ, इन्हां नूं आपां टैंपलेट भी बोल दिंदे आ। देखो आ थीम सिलैक्ट कीता आपां इहदे चों, है ना, सारियां स्लाइड पहलां वाइट सी, जदों आपां थीम सिलैक्ट कीता सारियां ते इक्को जिहा हो गया। आ भी आपां ऐड कीता सी लोगो, ठीक है। तो ये अगे जो कोई क्वेश्चन आया तो मैं दसूंगा, स्लाइड मास्टर दे विच जाके आप लोगो ऐड कर सकते हैं। ये क्वेश्चन बहुत ज़्यादा इंपॉर्टेंट है भी लोगो किवें इंसर्ट कर सकते हैं, मैं कराऊंगा अगे क्वेश्चन आऊगा शायद ये या किसी होर पार्ट दे विच, ठीक है। सो ये आप देखिया डिजाइन दे विच थीम बोल सकते हैं या टैंपलेट बोल सकते हैं। प्रेजेंटेशन डिजाइन टैंपलेट, डिजाइन थीम भी बोल सकते हैं, डिजाइन टैंपलेट का आंसर ए है, ठीक है। ये सेम तरह की लुक आ जू सारी प्रेजेंटेशन से। अगला क्वेश्चन, टू एग्जिट दी MS पावर पॉइंट, कहना MS पावर पॉइंट तो एग्जिट करने लिए की आपां करिए, क्लिक दी एप्लीकेशन मिनीमाइज बटन, नहीं मिनीमाइज दे नाल थोड़ी होऊगा, क्लिक दी डॉक्यूमेंट क्लोज बटन है, आपां नूं पता इत्थे क्रॉस जिहा बनया हुंदा है, ये ठीक लगदा बट हजे आंसर नहीं आपां लवांगे, बाकी भी पढ़ लांगे। डबल क्लिक दी एप्लीकेशन कंट्रोल मैन्यू एक नहीं, डबल क्लिक ना तो क्लोज हुंदा ही नहीं, डबल क्लिक दी डॉक्यूमेंट कंट्रोल मैन्यू नहीं, तो आंसर हैगा क्लिक दी डॉक्यूमेंट क्लोज बटन, आंसर बी है, ठीक है। अगला, ये बहुत इंपॉर्टेंट क्वेश्चन है, पूछा जा सकता है किसी भी पेपर क्लैरिकल वाले नूं खास करके पूछा जा सकता है, तो थोनू ये हैल्प भी बहुत करूगा। फीचर दी वर्ड रैप, रैप का मतलब की होंदा, फीचर की करता है, मैं पहला करा देना। जिवें मैं इत्थे आपदा नाम लिखिया एक्सल दे विच कुलदीप सिंह सिद्धू, ये इन्नी लाइन तो बाहर चल गया, हुण मैं चाहना इत्थे लाइन दे विच आ जे, आ पिया वर्ड रैप ते मैं क्लिक करूंगा, ਇਹਦਾ शॉर्टकट भी हैगा, चाहे इत्थे क्लिक कर दो चाहे शॉर्टकट दब दो, Alt-H-W बहुत इंपॉर्टेंट है, याद रख लियो, Alt-H-W, ठीक है। W तो वर्ड रैप ही हुंदा है, Alt-H याद रख लो, Alt-H + W, है ना। अखां बंद करके मैं याद कर रहा सी, थोड़े लिए भी याद कर सकते हो, पर थोनू तो आप ही याद करना पऊगा ना, मेरी याद करे तो याद होना है ना। तो यह ऐ बन जूगा वर्ड रैप। तो देखो इत्थे हुण डार्क जा हो गया ना थोड़ा जा, तो यह सिलैक्ट हो गया, तो ये लिए हुंदा है। हुण ऑप्शन ध्यान नाल पढ़ांगे आपां, ऑटोमैटिकली मूव दी टैक्सट टू दी नैक्सट लाइन वैन नैसेसरी, ये ठीक लगती है गल। अलाउ यू टू टाइप ओवर दी टैक्सट, नहीं। इज दी शॉर्ट हॉरिजॉन्टल लाइन इंडिकेटिंग द एंड ऑफ द डॉक्यूमेंट, नहीं। सेव द डॉक्यूमेंट ऑटोमैटिकली, नहीं। तो आंसर ए ही ठीक है, ये आंसर ठीक है, गलत नहीं करके आना किसी ने भी, ठीक है। ये आऊगा पक्का, मैनूं लगदा है, पता नहीं अंदरों जो लगदा भी ये पूछा जा सकता। अगला क्वेश्चन है, कहना विच इज डिफॉल्ट फाइल एक्सटेंशन ऑफ MS वर्ड 2007 फाइल, कहना MS वर्ड दी 2007 दी फाइल एक्सटेंशन की है, कि डॉक है कि DOX है, वर्ड है CRTF है, ये भी नहीं है वर्ड भी नहीं है, इन्हां दोनों चों है। तो इन्हां दोनों चों आंसर है DOCX। तो जी DOC सी ये सी 2003 दे विच, मैं करा देना बाकी दियां भी, आंसर बी है। एक्सटेंशन वर्ड दी DOCX है, एक्सल दी .XLS है, पावर पॉइंट दी .PPTX है, नोटपैड दी .PPT है, PDF दी है .PDF। नोटपैड ते PDF ये ऑफिस का पार्ट नहीं है, तां इत्थे X नहीं लग्या। तुसीं सोचोगे जे बाकियां दे विच X लग गया फिर इन्हां च क्यों नहीं लग्या, मैं वैसे ही करा दियां भी, ये भी ना पुछ ले कई बारी। तो ये तो हैगियां 2007 या 2007 तो ऑनवर्ड वाले दियां, ते 2003 वाले दियां भी दस देना। DOC वर्ड दी, एक्सल दी XLS पावर पॉइंट दी .PPT। X नहीं लगता सी, 2007 दे विच X लाउण लग गए, 7 तो बाद 10 आया, 13 16 19 अजकल 21 चल रहा है ना, कोई फर्क नहीं है। 3 ते 7 च बहुत ज़्यादा फर्क है चीज़ां, जिवें टूल आपां मैनू पढ़िया 3 दे विच टूल है, ते 7 उस तो बाद रिव्यू आ गया 18 19 वाले दे विच, है ना, 19 तो 21 दे विच। तां इह फर्क हैगा गा। ते इत्थे X क्यों नहीं लग्या, क्योंकि यह तो नोटपैड एक अलग अपने को एडिटर है, PDF एक अलग चीज़ है, पोर्टेबल डॉक्यूमेंट फॉर्मेट पूछा जा सकता है। नोटपैड की कली वो आपां एक्सटेंशन पूछ सकता, तो X का मतलब होंदा एक्सटेंडेड डॉक्यूमेंट एक्सटेंडेड, ठीक है, याद रखनी है गल। अगला क्वेश्चन, दी शॉर्टकट की
ਪੇਸਟਿੰਗ ਦੀ ਕਾਪੀਡ ਕੰਟੈਂਟ ਇਹਦੀ ਹੁਣੀ ਪੜ੍ਹ ਕੇ ਆਏ ਆਪਾਂ। ਕਾਪੀ ਕੀਤਾ, ਕਾਪੀ ਕਰਾਂਗੇ ਕੰਟਰੋਲ ਸੀ ਦੇ ਨਾਲ ਪੇਸਟ ਕਰ ਦਾਂਗੇ, ਕੰਟਰੋਲ ਬੀ ਦੇ ਨਾਲ ਕੰਟਰੋਲ ਐਸ ਸੇਵ ਕਰ ਦੂਗਾ, ਕੰਟਰੋਲ ਏ ਕੀ ਕਰ ਦੂਗਾ ਸਿਲੈਕਟ ਆਲ ਕਰ ਦੂਗਾ। ਸੌਖਾ ਕੰਮ ਹੈ ਨਾ। ਠੀਕ ਹੈ, ਅਗਲਾ ਟੂ ਕੀਪ ਡੇਟਾ ਇਨ ਵਿਊ ਔਨ ਦੀ ਸਕਰੀਨ ਯੂ ਕੈਨ ਫਰੀਜ਼ ਕਾਲਮ ਔਰ ਰੋ ਬਾਏ ਸਿਲੈਕਟਿੰਗ ਫਰੀਜ਼ ਪੈਨ ਫਰੋਮ ਦੀ ਮੈਨਿਊ। ਕਹਿੰਦਾ ਫਰੀਜ਼ ਕਰਨ ਦੇ ਲਈ ਫਰੀਜ਼ ਪੈਨ ਕਿੱਥੇ ਹੁੰਦਾ? ਪਹਿਲਾਂ ਮੈਂ ਤੁਹਾਨੂੰ ਸਮਝਾਉਣਾ ਵੀ ਕਹਾਣੀ ਕੀ ਹੈ, ਫਰੀਜ਼ ਕਿਉਂ ਕਰਨਾ ਪੈਂਦਾ, ਫਰੀਜ਼ ਹੁੰਦਾ ਕੀ ਹੈ। ਸਪੋਜ਼ ਕਰੋ ਇਹ ਮੇਰੇ ਕੋਲ ਸਟੂਡੈਂਟ ਦੇ ਰੋਲ ਨੰਬਰ ਨੇ, ਇਹ ਨੇਮ ਨੇ, ਇਹ ਐਡਰੈਸ ਹੈ, ਐਫ ਨੇਮ ਹੈ, ਫਾਦਰ ਨੇਮ, ਮਦਰ ਨੇਮ, ਈਮੇਲ ਤੇ ਮੋਬਾਈਲ ਨੰਬਰ ਹੈ। ਮੈਂ ਵੈਸੇ ਹੀ ਲਿਖਿਆ ਹੋਇਆ ਤੁਹਾਨੂੰ ਦਿਖਾਉਣ ਦੇ ਲਈ, ਉਹੀ ਕਾਪੀ ਕੀਤਾ। ਫਿਰ ਸਟੂਡੈਂਟ ਦੇ ਮਾਰਕਸ ਨੇ, ਮੰਨ ਲਓ ਤੁਹਾਡੇ ਕੋਲੇ 20-25 ਸਬਜੈਕਟ ਨੇ, ਹੈ ਨਾ, ਵੈਸੇ ਇੰਨੇ ਹੁੰਦੇ ਨਹੀਂ ਪਰ ਮੈਨੂੰ ਹੁਣ ਊਂ ਹੀ ਲਿਖਤੇ ਮੈਂ ਵੀ S1 S2 ਡੇਟਾ ਬਹੁਤ ਸਾਰਾ ਸਟੂਡੈਂਟ ਦਾ। ਇਹ ਪਹਿਲੇ ਸਟੂਡੈਂਟ ਦਾ ਪੂਰਾ ਰਿਕਾਰਡ ਹੈ। ਕਈ ਵਾਰੀ ਪੁੱਛ ਲੈ ਐਕਸਲ ਦੇ ਵਿੱਚ ਕੀ ਹੁੰਦਾ, ਐਕਸਲ ਦੇ ਵਿੱਚ ਇਹ ਰੋਜ਼ ਹੁੰਦੀਆਂ ਨੇ ਤੇ ਇਹ ਵਾਲੇ ਕੀ ਹੁੰਦੇ ਨੇ ਕਾਲਮਸ। ਉੱਥੇ ਆਪਸ਼ਨਾਂ 'ਚ ਇਹ ਪਾਇਆ ਹੋਊ ਓਨਲੀ ਰੋਜ਼, ਓਨਲੀ ਕਾਲਮਸ, ਬੋਥ ਰੋ ਐਂਡ ਕਾਲਮ, ਤਾਂ ਆਨਸਰ ਕੀ ਹੋਊਗਾ ਬੋਥ ਰੋਜ਼ ਐਂਡ ਕਾਲਮ। ਐਕਸਲ ਨੂੰ ਹੀ ਸਪਰੈਡਸ਼ੀਟ ਬੋਲਦਾ। ਉਹ ਸਪਰੈਡਸ਼ੀਟ ਕੀ ਹੁੰਦਾ? ਸਪਰੈਡਸ਼ੀਟ ਇੱਕ ਜਰਨਲ ਟਰਮ ਹੈ, ਐਕਸਲ ਉਹਦੇ 'ਚ ਬਣੀ ਹੋਈ ਇੱਕ ਕੰਪਨੀ, ਜਿਵੇਂ MS ਆਫਿਸ ਹੈ, ਉਹਨਾਂ ਨੇ ਇਹਦਾ ਨਾਮ ਐਕਸਲ ਰੱਖਿਆ। ਕਈਆਂ ਨੇ ਕੈਲਸ ਵੀ ਰੱਖਿਆ ਹੋਇਆ, ਕੈਲਸ CLC ਹੈ ਨਾ, ਇਹ ਵੀ ਸਪਰੈਡਸ਼ੀਟ ਹੈ। ਸਪਰੈਡਸ਼ੀਟ ਦੇ ਵਿੱਚ ਅਸੀਂ ਕੈਲਕੂਲੇਸ਼ਨਾਂ ਕਰ ਸਕਦੇ ਹਾਂ, ਇਹ ਗੱਲ ਯਾਦ ਰੱਖਿਓ। ਤੇ ਇੱਕ ਗੱਲ ਹੋਰ, ਜਿਹੜੀਆਂ ਰੋਜ਼ ਨੇ ਉਹ 1 2 3 ਨਾਲ ਚੱਲਦੀਆਂ ਨੇ। ਦੇਖੋ ਪਹਿਲੀ ਰੋ, ਦੂਜੀ ਰੋ, ਤੀਜੀ ਰੋ। ਜਿਹੜੇ ਕਾਲਮ ਨੇ ABC ਦੇ ਨਾਲ ਚੱਲਦੇ ਨੇ। ਜਦੋਂ Z ਆ ਗਿਆ ਐਂਡ ਤੇ, ਜਿੱਥੋਂ Z ਆ ਗਿਆ, Z ਤੋਂ ਬਾਅਦ ਕੀ ਆਊਗਾ? ਫਿਰ AA, AB, AC ਐਂ ਕਰਕੇ AZ, ਤੇ ਜਦੋਂ AZ ਆ ਗਿਆ ਫਿਰ BA, BB, ਇਸ ਤਰ੍ਹਾਂ ਕਰਕੇ। ਕੁਐਸਚਨ ਪੁੱਛਿਆ ਹੋਇਆ, ਮੈਂ ਤਾਂ ਦੱਸ ਰਿਹਾ ਤੁਹਾਨੂੰ, ਠੀਕ ਹੈ, ਵੀ ਉਸ ਤੋਂ ਬਾਅਦ ਕੀ ਆਊਗਾ। ਮੈਂ ਕਰਾਇਆ ਵੀ ਹੋਇਆ ਕਿਸੇ ਪਾਰਟ ਦੇ ਵਿੱਚ, ਹੁਣ ਮੈਨੂੰ ਪ੍ਰੋਪਰ ਯਾਦ ਨਹੀਂ ਨਾ ਵੀ ਮੈਂ ਕਿਹੜੇ 'ਚ ਕਰਾਇਆ ਹੋਇਆ। ਹੋ ਸਕਦਾ ਹੈ ਤੁਸੀਂ ਕਲੈਰੀਕਲ ਵਾਲਿਆਂ ਨੇ ਪੰਜਾਬ ਪੁਲਿਸ ਦਾ ਪੇਪਰ ਨਾ ਦੇਣਾ ਹੋਵੇ, ਮੈਂ ਪੰਜਾਬ ਪੁਲਿਸ ਵਾਲਿਆਂ ਨੂੰ ਕਰਾਇਆ ਹੋਵੇ, ਤਾਂ ਫਿਰ ਰਹਿ ਜਾਂਦੀਆਂ ਚੀਜ਼ਾਂ। ਤਾਂ ਮੈਂ ਥੋੜਾ ਜਿਹਾ ਵੀਡੀਓ ਲੰਬੀ ਹੋ ਜਾਂਦੀ ਹੈ, ਪਰ ਮੈਨੂੰ ਐਂ ਹੁੰਦਾ ਵੀ ਮੈਂ ਜ਼ਿਆਦਾ ਤੋਂ ਜ਼ਿਆਦਾ ਦੱਸਾਂ। ਕੁਐਸਚਨ ਆਪਾਂ ਥੋੜੇ ਕਰ ਲਾਂਗੇ। ਹੁਣ ਮੈਰਾਥਨ ਦੇ ਵਿੱਚ ਵੀ ਇਹੀ ਆ, ਮੈਂ 250 ਕੁਐਸਚਨ ਕਰਾ ਦਿਆਂ ਤੇ ਐਕਸਪਲੇਨ ਕੁਝ ਵੀ ਨਾ ਕਰਾਵਾਂ, ਕੋਈ ਫਾਇਦਾ ਨਹੀਂ। ਮੇਰਾ ਮਨ ਕਹਿੰਦਾ ਵੀ 250 300 500 1000 ਕੁਐਸਚਨਾਂ ਦੀਆਂ ਵੀ 8-8 ਘੰਟਿਆਂ ਦੀਆਂ ਮੈਰਾਥਨ ਪਈਆਂ ਨੇ। ਇਕੱਲੇ ਕੁਐਸਚਨ ਕਰਾਉਣਾ ਸਭ ਕੁਝ ਨਹੀਂ ਹੁੰਦਾ। ਮੈਨੂੰ ਇਹ ਲੱਗਦਾ ਮੈਂ ਤੁਹਾਨੂੰ ਇੱਕ ਕੁਐਸਚਨ ਕਰਾਵਾਂ, ਉਹਦੇ ਨਾਲ ਤੁਹਾਨੂੰ 10 ਕੁਐਸਚਨਾਂ ਦੀ ਥਿਊਰੀ ਦੱਸਦਾ, ਤਾਂ ਕਰਕੇ ਕੀ ਹੋਊਗਾ 10 ਕੁਐਸਚਨ ਸਾਡੇ ਹੋਰ ਤਿਆਰ ਹੋ ਜਾਣਗੇ, ਹੈ ਨਾ। ਸੋ ਮੈਨੂੰ ਇਹ ਤਰੀਕਾ ਵਧੀਆ ਲੱਗਦਾ। ਬਾਕੀ ਤੁਸੀਂ ਕਮੈਂਟ ਕਰਕੇ ਦੱਸੋ, ਜੇ ਤੁਸੀਂ ਚਾਹੁੰਦੇ ਹੋ ਵੀ ਕੁਐਸਚਨ ਜ਼ਿਆਦਾ ਹੋਣ, ਐਕਸਪਲੇਨੇਸ਼ਨ ਘਟਾਈ ਜਾਵੇ, ਤਾਂ ਆਪਾਂ ਉਵੇਂ ਕਰ ਲਾਂਗੇ, ਠੀਕ ਹੈ। ਸੋ ਕਿਉਂਕਿ ਜੇ ਮੈਂ ਕੁਐਸਚਨ ਕਰਾਂਗੀ, ਕਿੰਨੇ ਕੁਐਸਚਨ ਕਰ ਲਾਂਗੇ ਆਪਾਂ? 10-15 ਕਰ ਲਏ, ਹੋ ਸਕਦਾ ਉਹ ਕੁਐਸਚਨ ਸਕਿਪ ਹੋ ਜਾਏ ਜਿਹੜਾ ਆਪਾਂ ਦੱਸਣਾ ਸੀ, ਪਰ ਥਿਊਰੀ ਦੇ ਵਿੱਚ ਆਪਾਂ ਕੱਲੀ ਚੀਜ਼ ਦੱਸ ਸਕਦੇ ਹਾਂ ਤੁਹਾਨੂੰ, ਹੈ ਨਾ। ਸੋ ਇਹ ਹੈਗੇ ਨੇ, ਜਦੋਂ ਅਸੀਂ ਇਹਨੂੰ ਅੱਗੇ ਸਕਰੋਲ ਕਰਦੇ ਹਾਂ, ਆਹ ਦੇਖੋ ਇਹ ਰੋਲ ਨੰਬਰ ਤੇ ਨੇਮ, ਇਹ ਸਾਰੀਆਂ ਚੀਜ਼ਾਂ ਭੱਜ ਗਈਆਂ। ਹੁਣ 24ਵੇਂ ਆਹ ਸਬਜੈਕਟ ਤੇ ਪਤਾ ਨਹੀਂ ਲੱਗਦਾ ਵੀ ਆਹ ਨੰਬਰ ਕਿਹੜੇ ਰੋਲ ਨੰਬਰ ਦੇ ਨੇ, ਪਤਾ ਨਹੀਂ ਲੱਗਦਾ ਸਾਨੂੰ। ਤਾਂ ਜੇ ਰੋਲ ਨੰਬਰ ਇੱਥੇ ਨਾਲ ਹੀ ਫਰੀਜ਼ ਕਰ ਦਈਏ, ਪਹਿਲੇ ਕਾਲਮ ਨੂੰ, ਆਹ ਵਾਲੇ ਰੋਲ ਨੰਬਰ ਨੂੰ ਇੱਥੇ ਆਪਾਂ ਫਰੀਜ਼ ਕਰ ਦਈਏ, ਤਾਂ ਸੌਖਾ ਹੋ ਜਾਊਗਾ। ਤਾਂ ਫਰੀਜ਼ ਕਰਨ ਦੇ ਲਈ ਆ ਫਰੀਜ਼ ਪੈਨ ਹੈ, ਇਹ ਵਿਊ ਦੇ ਵਿੱਚ ਹੁੰਦਾ, ਵਿਊ ਦੇ ਵਿੱਚ ਹੁੰਦਾ ਫਰੀਜ਼ ਪੈਨ ਐਕਸਲ ਦੇ ਵਿੱਚ। ਇਹਦੇ ਵਿੱਚੋਂ ਫਰੀਜ਼ ਪੈਨ ਆਪਾਂ ਕਰ ਸਕਦੇ ਹਾਂ। ਫਰੀਜ਼ ਦੀ ਟੌਪ ਰੋ, ਪਹਿਲੀ ਰੋ ਨੂੰ ਆਪਾਂ ਫਰੀਜ਼ ਕਰ ਸਕਦੇ ਹਾਂ। ਜੇ ਥੱਲੇ ਨੂੰ ਜ਼ਿਆਦਾ ਨੇ ਆਪਣੇ ਕੋਲੇ, ਹੈ ਨਾ, ਰੋ ਬਹੁਤ ਜ਼ਿਆਦਾ ਨੇ, ਆਪਾਂ ਥੱਲੇ ਸਕਰੋਲ ਕਰਨਾ ਹੈ, ਤਾਂ ਆਹ ਚੀਜ਼ ਆਪਾਂ ਨੂੰ ਖੜ ਜੂਗੀ, ਇੱਕ ਥਾਂ ਤੇ ਫਰੀਜ਼ ਹੋ ਜੂਗੀ। ਤੁਹਾਨੂੰ ਪਤਾ ਲੱਗ ਜੂ ਇਹ S3 ਤੀਜੇ ਸਬਜੈਕਟ ਦੀ ਗੱਲ ਕਰਦਾ। ਇੱਥੇ ਤਾਂ ਆਪਾਂ ਰੋ ਹੀ ਥੋੜੀਆਂ ਲਈਆਂ ਨੇ, 17 ਅੰਕ ਲਈਆਂ ਨੇ। ਤੇ ਜੇ ਕਾਲਮ ਜ਼ਿਆਦੇ ਨੇ ਫਿਰ ਫਸਟ ਕਾਲਮ ਨੂੰ ਫਰੀਜ਼ ਕਰ ਸਕਦੇ ਹਾਂ। ਜਿਵੇਂ ਆਹ ਦੇਖੋ ਇੱਥੇ ਮੈਂ ਪਹਿਲਾ ਕਾਲਮ ਫਰੀਜ਼ ਕੀਤਾ ਹੋਇਆ ਲਾਸਟ ਵਾਲੇ ਪੇਜ ਤੇ, ਹੈ ਨਾ, 24ਵੇਂ ਵਾਲੇ ਪੇਜ ਤੇ ਗਏ ਸੀ ਜਦੋਂ ਆਪਾਂ। ਇੱਥੇ ਤਾਂ ਆਪਾਂ ਨੂੰ ਕੁਝ ਨਹੀਂ ਦਿਖਦਾ ਰੋਲ ਨੰਬਰ ਕਿਹੜਾ ਹੈ, ਬਟ ਇੱਥੇ ਜਾ ਕੇ ਦੇਖੋ ਵੀ ਆਪਾਂ ਨੂੰ 24ਵੇਂ ਮਾਰਕਸ ਦੇ ਲਈ, S24 ਸਬਜੈਕਟ 24ਵੇਂ ਸਬਜੈਕਟ ਦੇ ਲਈ 70 ਨੰਬਰ ਕਿਹੜੇ ਬੰਦੇ ਦੇ ਨੇ? ਰੋਲ ਨੰਬਰ 8 ਦੇ ਨੇ, ਠੀਕ ਹੈ। ਐਂ ਆਊਗਾ ਨਾ, ਗਲਤ ਤਾਂ ਨਹੀਂ ਦੱਸ ਗਿਆ ਕਿਤੇ? ਨਾ 70 ਹੈਗੇ ਨੇ 7 ਦੇ, ਸਿੱਧਾ ਲੈ ਜਾਣਾ, ਠੀਕ ਹੈ। ਆਪਾਂ ਥੋੜਾ ਜਿਹਾ ਟੇਢਾ ਲੈ ਗਏ ਸੀ। ਸੋ ਇੱਥੋਂ ਪਤਾ ਲੱਗ ਜਾਂਦਾ ਇਹ ਫਰੀਜ਼ ਹੁੰਦਾ। ਤਾਂ ਆਪਾਂ ਤਾਂ ਫਰੀਜ਼ ਪੜ੍ਹਨਾ ਸੀ ਕਾਹਦੇ ਵਿੱਚ ਹੁੰਦਾ? ਵਿਊ ਦੇ ਵਿੱਚ। ਆਪਾਂ ਫਿਰ ਕਾਹਦੇ ਚ ਆਨਸਰ ਆ ਜਾਊਗਾ? ਇਹ ਵਿਊ ਦੇ ਵਿੱਚ, ਠੀਕ ਹੈ। ਅਗਲਾ, ਯੂ ਕੈਨ ਕਾਪੀ ਸੈੱਲ ਫਾਰਮੈਟ ਫਰੋਮ ਵਨ ਸੈੱਲ ਟੂ ਅਨਦਰ ਬਾਈ ਯੂਜ਼ਿੰਗ। ਇਹ ਵੀ ਬਹੁਤ ਵਧੀਆ ਕੁਐਸਚਨ ਹੈ, ਪੁੱਛਿਆ ਜਾ ਸਕਦਾ ਹੈ। ਮੰਨ ਲਓ ਆਹ ਵਾਲੀ ਟੈਕਸਟ ਹੈ ਜਿਹੜੀ, ਇਹਦਾ ਮੈਂ ਕਲਰ ਗ੍ਰੀਨ ਹੈ, ਇਹਨੂੰ ਮੈਂ ਕਾਪੀ ਕਰਕੇ ਸੇਮ ਫਾਰਮੈਟ ਹੈ, ਜਿੰਨਾ ਇਹਦਾ ਸਾਈਜ਼ ਹੈ, ਜਿੰਨਾ ਇਹਦਾ ਕਲਰ ਹੈ, ਇਹਨੂੰ ਮੈਂ ਕਾਪੀ ਕਰਾਂ ਤੇ ਇੱਥੇ ਪੇਸਟ ਕਰ ਦਿਆਂ, ਤੇ ਉਹਦੀਆਂ ਸਾਰੀਆਂ ਪ੍ਰੋਪਰਟੀਜ਼ ਜਿਹੜੀਆਂ ਆਹ ਟੈਕਸਟ ਦੇ ਨੇ ਉਹ ਇੱਥੇ ਆ ਜਾਣ, ਠੀਕ ਹੈ। ਇਹ ਜੇ ਗੱਲ ਕਰਦਾ ਸੈੱਲ ਦੀ, ਤਾਂ ਇਹ ਐਕਸਲ ਦੀ ਗੱਲ ਕਰ ਰਿਹਾ, ਵਰਡ ਦੇ ਵਿੱਚ ਵੀ ਹੁੰਦਾ, ਇਹ ਪਾਵਰ ਪੁਆਇੰਟ ਦੇ ਵਿੱਚ ਵੀ ਹੁੰਦਾ। ਤਾਂ ਇਹ ਹੁੰਦਾ ਫਾਰਮੈਟ ਪੇਂਟਰ। ਆਹ ਦੇਖੋ, ਆ ਬ੍ਰਸ਼ ਜਿਹਾ ਲੱਗਿਆ ਹੁੰਦਾ, ਫਾਰਮੈਟ ਪੇਂਟਰ ਦਾ ਹੀ ਕੰਮ ਹੈ, ਲਿਖਿਆ ਹੋਇਆ।
ਤਾਂ ਇਹਦੇ ਲਈ ਸ਼ਾਰਟਕਟ ਵੀ ਚੱਲਦਾ। ਆਨਸਰ ਬੀ ਹੈ ਇਹਦਾ। ਕਾਪੀ ਕਰ ਸਕਦੇ ਹਾਂ ਫਾਰਮੈਟ ਨੂੰ, ਕਿਤੇ ਪੇਸਟ ਕਰ ਸਕਦੇ ਹਾਂ। ਤਾਂ ਕੰਟਰੋਲ ਸ਼ਿਫਟ ਸੀ ਕਰੋਗੇ। ਮੰਨ ਲਓ ਮੈਂ ਇੱਥੇ ਵੀ ਗ੍ਰੀਨ ਲੈ ਕੇ ਆਉਣਾ ਆਹ ਵਾਲੇ ਇਕੱਲੇ ਡੇਟਾ ਦਾ, ਜਾਂ ਫਾਰਮੈਟ ਪੇਂਟਰ ਦਾ ਆਨਸਰ ਮੈਂ ਇੱਥੇ ABC ਨਹੀਂ ਲਿਖਣਾ। ਮੈਂ ਕੀ ਕਰੂੰਗਾ, ਆਹੀ ਫਾਰਮੈਟ ਇੱਥੇ ਕਾਪੀ ਕਰਨਾ ਹੈ। ਤਾਂ ਪਹਿਲਾਂ ਮੈਂ ਕਾਪੀ ਕਰੂੰਗਾ ਕੰਟਰੋਲ ਸ਼ਿਫਟ ਸੀ। ਜੇ ਆਪਾਂ ਕਰਾਂਗੇ ਕੰਟਰੋਲ ਸੀ, ਉਹਦੇ ਨਾਲ ਤਾਂ ਪੰਜਾਬ ਆ ਸਾਰਾ ਕੁਝ ਕਾਪੀ ਹੋ ਜਾਊਗਾ ਨਾ। ਬਟ ਮੈਂ ਚਾਹੁੰਦਾ ਵੀ ਇਹ ਡੇਟਾ ਕਾਪੀ ਨਹੀਂ ਕਰਨਾ, ਮੈਂ ਤਾਂ ਫਾਰਮੈਟ ਕਾਪੀ ਕਰਨਾ। ਤਾਂ ਮੈਂ ਕੀ ਕਰੂੰਗਾ, ਕੰਟਰੋਲ ਸ਼ਿਫਟ ਸੀ, ਉਹਦੇ ਨਾਲ ਕਾਪੀ ਹੋ ਗਿਆ। ਇਹਨੂੰ ਸਿਲੈਕਟ ਕਰਕੇ ਮੈਂ ਕੰਟਰੋਲ ਸ਼ਿਫਟ ਵੀ ਕਰ ਦੂੰਗਾ, ਇੱਥੇ ਉਹੀ ਗ੍ਰੀਨ ਕਲਰ ਆ ਜਾਊਗਾ, ਫਾਰਮੈਟ ਉਹਦਾ ਇੱਥੇ ਕਾਪੀ ਹੋ ਜੂ। ਤਾਂ ਬਹੁਤ ਇੰਪੋਰਟੈਂਟ ਚੀਜ਼ ਆ, ਸਕਰੀਨਸ਼ਾਟ ਲੈ ਸਕਦੇ ਹੋ। ਸ਼ਾਰਟਕਟ ਪੁੱਛਿਆ ਜਾ ਸਕਦਾ ਹੈ, ਐਜ਼ ਇਟ ਇਜ਼ ਕੁਐਸਚਨ ਵੀ ਪੁੱਛਿਆ ਜਾ ਸਕਦਾ। ਠੀਕ ਹੈ, ਅਗਲਾ ਕੁਐਸਚਨ ਕਹਿੰਦਾ ਯੂ ਕੈਨ ਸਿਲੈਕਟ ਦੀ ਕਰੰਟ ਰੋ ਬਾਈ ਪ੍ਰੈਸਿੰਗ। ਇਹ ਵੀ ਬਹੁਤ ਵਧੀਆ ਕੁਐਸਚਨ। ਦੇਖੋ ਯਾਰ ਕੁਐਸਚਨ ਸਾਰੇ ਹੀ ਘੈਂਟ ਆ, ਤੁਸੀਂ ਕਹੋਗੇ ਸਾਰਿਆਂ ਨੂੰ ਵਧੀਆ ਕਹੀ ਜਾਂਦਾ ਬੰਦਾ, ਮੈਨੂੰ ਵਧੀਆ ਲੱਗੀ ਜਾਂਦੇ ਆ ਕੁਐਸਚਨ, ਕਿਉਂਕਿ ਇਹੋ ਜਿਹੇ ਹੀ ਪੁੱਛਣੇ ਨੇ ਉਹਨੇ ਕਲੈਰੀਕਲ ਦੇ। ਸੋ ਐਕਸਲ ਵਰਡ ਪਾਵਰ ਪੁਆਇੰਟ ਦੇ ਤੁਹਾਡੇ ਤੋਂ ਜ਼ਿਆਦਾ ਕੁਐਸਚਨ ਪੁੱਛੂਗਾ। ਤਾਂ ਆਪਾਂ ਦੇਖ ਲੈਂਦੇ ਹਾਂ ਸਾਰੇ ਵਾਰੀ ਵਾਰੀ। ਜੇ ਆਪਾਂ ਕਰ ਦਈਏ ਸ਼ਿਫਟ ਪਲੱਸ ਸਪੇਸ ਬਾਰ, ਇਹਦੇ ਨਾਲ ਕੀ ਕਰਦੇ ਹਾਂ, ਸਿਲੈਕਟ ਦੀ ਕਰੰਟ ਰੋ ਇਨ ਐਕਸਲ। ਐਕਸਲ ਦੇ ਵਿੱਚ ਬਹੁਤ ਸਾਰੀਆਂ, ਆਪਾਂ ਇੱਥੇ ਖੜੇ ਹਾਂ, ਕਰੰਟ ਰੋ ਤੇ ਕਰਜ਼ਰ ਹੈ ਆਪਣਾ, ਦੇ ਸ਼ਿਫਟ ਸਪੇਸ ਬਾਰ ਕਰ ਦਾਂਗੇ, ਇਹ ਸਿਲੈਕਟ ਕਰ ਲੂਗਾ, ਹੈ ਨਾ। ਤੇ ਜੇ ਆਪਾਂ ਕੰਟਰੋਲ ਸਪੇਸ ਬਾਰ ਕਰ ਦਾਂਗੇ ਤਾਂ ਉਹਦੇ ਨਾਲ ਕਰੰਟ ਕਾਲਮ, ਜੇ ਇੱਥੇ ਖੜਿਆ ਤਾਂ ਪਹਿਲਾ ਕਾਲਮ ਸਿਲੈਕਟ ਕਰ ਲੂਗਾ। ਜੇ ਸਪੇਸ ਬਾਰ ਹੈ ਤਾਂ ਰੋ, ਸੌਰੀ ਸ਼ਿਫਟ, ਜੇ ਦੋਨੋਂ SS ਨੇ ਤਾਂ ਰੋ, ਠੀਕ ਹੈ। ਜੇ CS ਨੇ ਤਾਂ ਕਾਲਮ। ਸੀ ਤੇ ਕਾਲਮ ਯਾਦ ਰੱਖਿਓ ਯਾਰ, ਸਿੱਧੀ ਜੀ ਗੱਲ ਹੈ। ਕਰੰਟ ਕਾਲਮ ਸਿਲੈਕਟ ਕਰਨਾ ਤਾਂ C ਹੈ, ਤੇ ਸਪੇਸ ਸ਼ਿਫਟ ਹੈ, ਸ਼ਿਫਟ ਸਪੇਸ ਬਾਰ ਹੈ ਤਾਂ ਫਿਰ ਆਪਣੇ ਕੋਲ ਕੀ ਹੈ, ਕਰੰਟ ਰੋ ਹੈ। ਤੇ ਕੰਟਰੋਲ ਇਹ ਨਾਲ ਸਿਲੈਕਟ ਆਲ ਹੁੰਦਾ, ਆਪਾਂ ਨੂੰ ਪਤਾ ਹੀ ਹੈ। ਤਾਂ ਫਿਰ ਆਨਸਰ ਕੀ ਹੋ ਗਿਆ, D ਹੋ ਗਿਆ। ਸ਼ਿਫਟ ਸਪੇਸ ਬਾਰ ਕਰੰਟ ਰੋ ਦੀ ਗੱਲ ਕਰਦਾ, ਠੀਕ ਹੈ। ਅਗਲਾ ਕੁਐਸਚਨ, ਇਹ ਵੀ ਵਧੀਆ ਕੁਐਸਚਨ ਹੈ। ਦੀ ਮਲਟੀਪਲੀਕੇਸ਼ਨ ਅਰਥਮੈਟਿਕ ਆਪਰੇਟਰ ਇਜ਼ ਰਿਪਰੈਜ਼ੈਂਟਡ ਬਾਈ ਵਿਚ ਆਫ ਦੀ ਫੋਲੋਇੰਗ ਸਿੰਬਲ। ਕਹਿੰਦਾ ਮਲਟੀਪਲੀਕੇਸ਼ਨ ਆਪਰੇਟਰ ਹੁੰਦਾ, ਇਹ ਵਰਡ ਦੇ ਵਿੱਚ ਤਾਂ ਨਹੀਂ ਵਰਤਿਆ ਜਾਂਦਾ, ਐਕਸਲ ਦੇ ਵਿੱਚ ਵਰਤਿਆ ਜਾਂਦਾ ਫਾਰਮੂਲੇ ਲਾਉਣ ਦੇ ਲਈ। ਤਾਂ ਉੱਥੇ ਆਹੀ ਚੱਲਦਾ, ਆਹ ਨਹੀਂ ਚੱਲਦਾ, ਇਹ X ਹੈ, ਕ੍ਰਾਸ ਨਹੀਂ ਚੱਲਦਾ। ਸੋ ਸਟਾਰ ਚੱਲੂਗਾ, ਠੀਕ ਹੈ। ਆਹ ਵਾਲਾ ਡਿਵੀਜ਼ਨ ਦਾ ਹੁੰਦਾ, ਆਹ ਵਾਲਾ ਹੁੰਦਾ ਕੈਪ ਪਾਵਰ। ਜਿਵੇਂ 2 ਕੈਪ 3 ਕਰ ਦਾਂਗੇ, ਇਹਦਾ ਮਤਲਬ ਹੈ 2 ਦੀ ਪਾਵਰ 3। 2 ਦੀ ਪਾਵਰ 3 ਕਿੰਨਾ ਹੁੰਦਾ, 2 ਗੁਣਾ 2 ਗੁਣਾ 2, 2 ਦੁਨੀ 4 ਦੁਨੀ 8। 3 ਕੈਪ 2 ਕਰ ਦਾਂਗੇ, ਇਹਦਾ ਮਤਲਬ ਹੈ 3 ਦੀ ਪਾਵਰ 2, 30 9। ਕਲੀਅਰ ਹੋਈ ਗੱਲ। ਸੋ ਇਹ ਸੀਗਾ। ਅਗਲਾ ਕੁਐਸਚਨ ਹੈ, ਇਹ ਵੀ ਕੁਐਸਚਨ ਠੀਕ ਹੈ, ਚਲੋ ਥੋੜਾ ਜਿਹਾ ਹਟ ਕੇ ਉਹਨੇ ਪੁੱਛਿਆ ਥਿਊਰੀ ਦਾ। ਮੈਂ ਥਿਊਰੀ ਪੜ੍ਹਾ ਦੂੰਗਾ ਚੰਗੀ ਤਰ੍ਹਾਂ, ਫਿਰ ਤੁਹਾਡਾ ਕੁਐਸਚਨ ਫਸਣਾ ਨਹੀਂ ਜੇ ਇਸ ਲੈਵਲ ਦਾ ਪੁੱਛ ਲਿਆ। ਆਫਿਸ ਆਟੋਮੇਸ਼ਨ ਇਜ਼ ਦੀ ਪ੍ਰੋਸੈਸ ਦੈਟ ਇਨਵੋਲਵਸ। ਕਹਿੰਦਾ ਆਫਿਸ ਆਟੋਮੇਸ਼ਨ ਕੀ ਹੁੰਦਾ ਹੈ। ਇਹ ਪਹਿਲਾਂ ਆਪਾਂ ਆਫਿਸ ਆਟੋਮੇਸ਼ਨ ਪੜ੍ਹ ਲੈਂਦੇ ਹਾਂ। ਆਫਿਸ ਆਟੋਮੇਸ਼ਨ ਹੈ ਇਜ਼ ਦੀ ਪ੍ਰੋਸੈਸ ਆਫ ਕਲੈਕਟਿੰਗ। ਪਹਿਲਾਂ ਮੈਂ ਤੁਹਾਨੂੰ ਪੰਜਾਬੀ ਸਮਝਾਉਣਾ। ਹੁਣ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਜਾ ਕੇ ਕੰਮ ਕਰੋਗੇ, ਕੋਈ ਕੰਪਨੀ ਆ, ਫਰਮ ਹੈ, ਉੱਥੇ ਡੇਲੀ ਰੂਟੀਨ ਦੇ ਬਹੁਤ ਸਾਰੇ ਕੰਮ ਹੋਣਗੇ। ਜਿਵੇਂ ਕੋਈ ਮੰਨ ਲਓ ਤੁਸੀਂ ਇੰਸਟੀਚਿਊਟ 'ਚ ਕੰਮ ਕਰ ਰਹੇ ਹੋ, ਉੱਥੇ ਤੁਹਾਡੇ ਕੋਲੇ ਸਟੂਡੈਂਟ ਆਉਣਗੇ ਇਨਕੁਆਇਰੀ ਦੇ ਲਈ, ਤੁਸੀਂ ਹੁਣ ਤਿਆਰੀ ਕਰ ਰਹੇ ਹੋਗੇ, ਹੈ ਨਾ। ਉਹਨਾਂ ਨੂੰ ਤੁਸੀਂ ਟੈਸਟ ਵੀ ਲੈਣੇ ਨੇ ਉਹਨਾਂ ਦੇ, ਤੇ ਉਹਨਾਂ ਦਾ ਡੇਟਾ ਫਿਲ ਕਰਾਉਣਾ ਹੈ, ਉਹਨਾਂ ਦੇ ਮੌਕ ਟੈਸਟ ਲੈਣੇ ਨੇ, ਕਿਹੜੇ ਸਟੂਡੈਂਟ ਦੀ ਇਨਕੁਆਇਰੀ ਆ ਗਈ, ਕਿਹੜੇ ਉਹਨਾਂ ਦੀ ਫੀਸ ਰਹਿੰਦੀ ਹੈ। ਉਹ ਡੇਲੀ ਰੂਟੀਨ ਦੀ ਐਕਟੀਵਿਟੀ ਨੇ। ਤੇ ਜੇ ਉਹਨਾਂ ਨੂੰ ਅਸੀਂ ਆਟੋਮੇਟ ਕਰ ਦਈਏ ਟੈਕਨੋਲੋਜੀ ਦੁਆਰਾ, ਤਾਂ ਕੰਮ ਸੌਖਾ ਹੋ ਜੂ ਸਾਡਾ, ਆਨਲਾਈਨ ਕਰ ਦਈਏ, ਹੈ ਨਾ ਚੀਜ਼ਾਂ। ਉਹਨੂੰ ਬੋਲਦੇ ਨੇ ਆਫਿਸ ਆਟੋਮੇਸ਼ਨ। ਕਿਸੇ ਆਫਿਸ ਦੇ ਜਗ੍ਹਾ ਦੇ ਵਿੱਚ ਚੀਜ਼ਾਂ ਨੂੰ ਆਟੋਮੇਟ ਕਰਨਾ, ਉਹਨਾਂ ਨੂੰ ਆਫਿਸ ਆਟੋਮੇਟ ਬੋਲਦੇ ਆ। ਤਾਂ ਉਹਦੇ ਵਿੱਚ ਐਗਜ਼ਾਮਪਲ ਕਿਵੇਂ ਹੈ, ਫॉर एग्जांपल इंस्टेड ऑफ शेड्यूलिंग फ्लाइट्स फॉर एम्प्लॉयज सो दैट दे कैन अटेंड प्लानिंग मीटिंग इन अनदर सिटी वीडियो कॉन्फ्रेंसिंग कैन बी यूज्ड। ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਕੰਪਨੀ ਹੈ, ਤੁਹਾਡੇ EMPLOYE ਨੇ ਕਿਸੇ ਹੋਰ ਸਿਟੀ ਦੇ ਵਿੱਚ ਜਾਣਾ, ਤੁਸੀਂ ਉਹਦੀ ਫਲਾਈਟ ਟਿਕਟ ਬੁੱਕ ਕਰਾਉਣ ਬਾਰੇ ਸੋਚ ਰਹੇ ਹੋ, ਕਿਉਂ ਨਾ ਤੁਸੀਂ ਆਨਲਾਈਨ ਮੀਟਿੰਗ ਕਰਾ ਦਿਓ। ਜੇ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਤਾਂ ਆਟੋਮੇਟ ਹੋ ਗਈਆਂ ਨਾ ਚੀਜ਼ਾਂ। ਉਵੇਂ ਹੀ ਹੈ ਅਗਲੀ ਐਗਜ਼ਾਮਪਲ ਦੇ ਵਿੱਚ ਵੀ ਇਹੀ ਹੈ। ਡਾਕਟਰ ਦੇ ਲਈ ਉਹਨੇ ਪੇਸ਼ੈਂਟ ਦਾ ਡੇਟਾ ਰਿਕਾਰਡ ਮੇਨਟੇਨ ਕਰਨਾ ਹੈ, ਉਸੇ ਨੂੰ ਹੀ ਕਿਸੇ ਕੈਲੰਡਰ ਵਗੈਰਾ ਦੇ ਵਿੱਚ ਸੌਫਟਵੇਅਰ ਦੇ ਵਿੱਚ ਆਪਾਂ ਚੀਜ਼ਾਂ ਮੇਨਟੇਨ ਕਰ ਸਕਦੇ ਹਾਂ। ਸੋ ਇਹਨੂੰ ਬੋਲਦੇ ਆਪਾਂ ਆਫਿਸ ਆਟੋਮੇਸ਼ਨ ਟੂਲ, ਠੀਕ ਹੈ। ਡੇਟਾ ਨੂੰ ਐਨਾਲਾਈਜ਼ ਕਰਦੇ ਨੇ, ਮੈਨੇਜ ਕਰਦੇ ਨੇ, ਉਹੀ ਚੀਜ਼ਾਂ ਲਿਖੀਆਂ ਹੋਈਆਂ ਨੇ। ਤਾਂ ਆਫਿਸ ਆਟੋਮੇਸ਼ਨ ਇਜ਼ ਦੇ ਪ੍ਰੋਸੈਸ ਦੈਟ ਇਨਵੋਲਵਸ ਪੀਪਲ। ਲੋਕ ਇਨਵੋਲਵ ਹੁੰਦੇ ਨੇ, ਬਿਲਕੁਲ ਸੌਫਟਵੇਅਰ ਬਣਾਉਣ ਵਾਲੇ ਤੇ ਉਹਨਾਂ ਨੂੰ ਚਲਾਉਣ ਵਾਲੇ। ਪੇਪਰ ਨਹੀਂ ਵਰਤਿਆ ਜਾਂਦਾ ਕਿਉਂਕਿ ਸੌਫਟਵੇਅਰ 'ਚ ਕੰਮ ਹੁੰਦਾ, ਪ੍ਰੋਸੀਜਰ ਵਰਤਿਆ ਜਾਂਦਾ। ਪੀਪਲ ਹੁੰਦੇ ਨੇ, ਪ੍ਰੋਸੀਜਰ ਹੁੰਦਾ, ਤੇ ਟੈਕਨੋਲੋਜੀ, ਇਹ ਠੀਕ ਹੈ। ਮੈਨ ਹੁੰਦੇ ਨੇ, ਮਸ਼ੀਨਾਂ ਹੁੰਦੀਆਂ, ਮੈਨੇਜਮੈਂਟ, ਇਹ ਚੀਜ਼ਾਂ ਜ਼ਿਆਦਾ ਐਪਰੋਪਰੀਏਟ ਨਹੀਂ, ਠੀਕ ਹੈ। ਪੀਪਲ, ਪ੍ਰੋਸੀਜਰ ਤੇ ਪ੍ਰੋਡਕਸ਼ਨ ਇਹ ਵੀ ਨਹੀਂ ਹੈ ਜ਼ਿਆਦਾ। ਸਾਰਿਆਂ 'ਚ ਮੋਰ ਐਪਰੋਪਰੀਏਟ ਬੀ ਆਪਸ਼ਨ ਹੈ, ਠੀਕ ਹੈ। ਅਗਲਾ ਕੁਐਸਚਨ ਹੈ, ਇਹ ਵੀ ਥੋੜਾ ਜਿਹਾ 2-4 ਚੀਜ਼ਾਂ ਹੋਰ ਨੇ, ਮੈਂ ਦੱਸ ਦੂੰਗਾ, ਕੱਲਾ ਆਨਸਰ ਵੀ ਦੱਸ ਸਕਦਾ ਮੈਂ, ਪਰ ਮੈਂ ਤੁਹਾਨੂੰ ਦੱਸੂਗਾ ਚੀਜ਼ਾਂ, ਕਈ ਵਾਰੀ ਇਹਨਾਂ 'ਚੋਂ ਵੀ ਪੁੱਛ ਲਏ ਕੁਐਸਚਨ।
ਕਹਿੰਦਾ ਵਿਚ ਕੈਟਾਗਰੀ ਆਫ ਕੰਪਿਊਟਰ ਬੇਸਡ ਇਨਫੋਰਮੇਸ਼ਨ ਸਿਸਟਮ ਆਰ ਕੰਸਰਨਡ ਵਿਦ, ਇਹ ਵੱਡਾ ਨਹੀਂ ਹੈਗਾ ਕੁਐਸਚਨ, ਡਰਨਾ ਨਹੀਂ ਇਹਦੇ ਤੋਂ। ਜ਼ਿਆਦਾਤਰ ਬੰਦੇ ਡਰ ਹੀ ਜਾਂਦੇ ਵੀ ਅੰਗਰੇਜ਼ੀ ਇੱਕ ਤਾਂ ਸਮਝ ਨਹੀਂ ਆਉਂਦਾ, ਬੜਾ ਸੌਖਾ ਮੈਂ ਸਮਝਾਉਣਾ ਤੁਹਾਨੂੰ, ਅੱਧਾ ਅੱਧਾ ਪੜਾਂਗੇ ਆਪਾਂ। ਵਿਚ ਕੈਟਾਗਰੀ ਆਫ ਕੰਪਿਊਟਰ ਬੇਸਡ ਇਨਫੋਰਮੇਸ਼ਨ ਸਿਸਟਮ, ਇੱਥੋਂ ਤੱਕ ਤਾਂ ਉਹਨੇ ਕੁਝ ਵੀ ਨਹੀਂ ਪੁੱਛਿਆ, ਇਹ ਪੁੱਛਿਆ ਕਿਹੜੀ ਕੈਟਾਗਰੀ ਦਾ ਕੰਪਿਊਟਰ ਬੇਸਡ ਸਿਸਟਮ। ਇੱਥੇ ਖੜ ਜਾਓ, ਅਗਲਾ ਤੋੜ ਕੇ ਪੜ੍ਹ ਲਓ। ਆਰ ਕੰਸਰਨਡ ਵਿਦ ਇੰਪਰੂਵਿੰਗ ਐਫੀਸ਼ੀਐਂਸੀ, ਕਹਿੰਦਾ ਕਿਹਦੇ ਨਾਲ ਕੰਸਰਨ ਹੈ ਵੀ ਐਫੀਸ਼ੀਐਂਸੀ ਨੂੰ ਇੰਪਰੂਵ ਕਰਦੇ, ਬਾਈ ਅਪਲਾਈਂਗ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਆਈਟੀ। ਆਈਟੀ ਦਾ ਮਤਲਬ ਕੀ ਹੁੰਦਾ, ਇਨਫੋਰਮੇਸ਼ਨ ਟੈਕਨੋਲੋਜੀ। ਆਈਸੀਟੀ ਦਾ ਮਤਲਬ ਹੁੰਦਾ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਟੂ ਕਾਮਨ ਐਡਮਿਨਿਸਟ੍ਰੇਟਿਵ ਟਾਸਕ ਸੱਚ ਐਜ਼ ਕ੍ਰੀਏਟਿੰਗ ਬਿਜ਼ਨਸ ਡਾਕੂਮੈਂਟ। ਜਿਹੜਾ ਪਿੱਛੇ ਪੜ੍ਹ ਕੇ ਆਇਆ ਇਹਦਾ ਆਨਸਰ ਤਾਂ ਉਹੀ ਹੈ ਵੀ ਕਹਿੰਦਾ ਹੇਠ ਲਿਖਿਆਂ ਚੋਂ ਕਿਹੜੀ ਕੰਪਿਊਟਰ ਬੇਸਡ ਇਨਫੋਰਮੇਸ਼ਨ ਸਿਸਟਮ ਹੈ ਜਿਹੜਾ ਕਿ ਅਪਲਾਈ ਕਰ ਦਿੰਦਾ ਇਨਫੋਰਮੇਸ਼ਨ ਟੈਕਨੋਲੋਜੀ ਨੂੰ, ਆਈਟੀ ਨੂੰ, ਜਿਹਦੇ ਵਿੱਚ ਕਾਮਨ ਐਡਮਿਨਿਸਟ੍ਰੇਟਿਵ ਟਾਸਕ ਹੁੰਦੇ ਨੇ ਜਿਹੜੇ ਆਪਾਂ ਡੇਲੀ ਰੂਟੀਨ ਦੇ, ਉਹਨਾਂ ਨੂੰ ਆਪਾਂ ਕੀ ਕਰ ਸਕਦੇ, ਕੋਈ ਆਟੋਮੇਟ ਕਰ ਸਕਦੇ ਜਾਂ ਕ੍ਰੀਏਟ ਕਰ ਸਕਦੇ। ਤੇ ਆਨਸਰ ਸਿੱਧਾ ਹੀ ਪਿਆ, ਆਫਿਸ ਆਟੋਮੇਸ਼ਨ ਸਿਸਟਮਸ। ਤਾਂ ਆਪਾਂ ਇਹ ਵੀ ਪੜ੍ਹ ਲੈਣੇ, ਐਕਸਪਰਟ ਸਿਸਟਮ ਕੀ ਹੁੰਦਾ ਹੈ, ਬਿਜ਼ਨਸ ਇਨਫੋਰਮੇਸ਼ਨ ਸਿਸਟਮ ਕੀ ਹੁੰਦਾ, ਸਟ੍ਰੈਟੇਜਿਕ ਇਨਫੋਰਮੇਸ਼ਨ ਸਿਸਟਮ ਕੀ ਹੁੰਦਾ। ਮੈਂ ਤੁਹਾਨੂੰ ਨੋਟਸ ਦੇ ਦੇਣਾ, ਤੁਸੀਂ ਪੜ੍ਹ ਲਿਓ। ਐਕਸਪਰਟ ਸਿਸਟਮ ਹੁੰਦਾ ਜਿਹੜਾ ਕਿਸੇ ਚੀਜ਼ਾਂ ਦਾ ਬਿਹੇਵੀਅਰ, ਜਿਵੇਂ ਐਨ ਐਕਸਪਰਟ ਸਿਸਟਮ ਇਜ਼ ਏ ਕੰਪਿਊਟਰ ਪ੍ਰੋਗਰਾਮ ਦੈਟ ਇਜ਼ ਡਿਜ਼ਾਈਨ ਟੂ ਸੋਲਵ ਕੰਪਲੈਕਸ ਪ੍ਰੋਬਲਮਸ ਐਂਡ ਟੂ ਪ੍ਰੋਵਾਈਡ ਡਿਸੀਜਨ ਮੇਕਿੰਗ ਐਬਿਲਿਟੀ ਲਾਈਕ ਹਿਊਮਨ। ਹੁਣ ਇੱਕ ਡਾਕਟਰ ਹੈ, ਡਾਕਟਰ ਡਿਸੀਜਨ ਲੈਂਦਾ ਨਾ, ਆਪਾਂ ਨੂੰ, ਆਪਾਂ ਉਹਦੇ ਕੋਲੇ ਚਲੇ ਜਾਂਦੇ ਆ ਵੀ ਮੈਨੂੰ ਤਾਂ ਜੀ ਗਲਾ ਖਰਾਬ ਆ, ਉਹ ਪੁੱਛਦਾ ਸਿਰ ਵੀ ਦੁਖਦਾ, ਆਪਾਂ ਕਹਿੰਦਾ ਜੀ ਸਿਰ, ਕਿਸੇ ਦਾ ਸਿਰ ਦੁਖਦਾ ਕਿਸੇ ਦਾ ਨਹੀਂ ਦੁਖਦਾ, ਫਿਰ ਉਹ ਪੁੱਛਦਾ ਬੁਖਾਰ ਵੀ ਹੈ, ਉਹ ਸਾਰੀਆਂ ਚੀਜ਼ਾਂ, ਤਾਂ ਉਹਦੇ ਬੇਸ ਤੇ ਉਹ ਪ੍ਰਸਕ੍ਰਾਈਬ ਕਰ ਦਿੰਦਾ ਵੀ ਆਹ ਵਾਲੀ ਮੈਡੀਸਨ ਹੈ ਨਾ, ਐਂਟੀਬੋਡੀਜ਼ ਦੇ ਦਿੰਦਾ ਮੋਸਟਲੀ। ਤੇ ਉਹੀ ਸਾਰੀ ਨੌਲੇਜ ਕੁਐਸਚਨ ਬੇਸਡ ਜੇ ਆਪਾਂ ਸੌਫਟਵੇਅਰ ਦੇ ਵਿੱਚ ਬਣਾ ਦਈਏ, ਸੌਫਟਵੇਅਰ ਆਪਣੇ ਤੋਂ ਉਹ ਸਿੰਪਟਮ ਪੁੱਛੇ, ਆਪਾਂ ਸਿੰਪਟਮ ਭਰੀ ਜਾਈਏ, ਉਹਦੇ ਬੇਸ ਤੇ ਉਹ ਆਪਾਂ ਨੂੰ ਮੈਡੀਸਨ ਦੱਸ ਦੇ। ਜੇ ਕਿਸੇ ਬੰਦੇ ਨੂੰ ਫੀਵਰ ਹੈ, ਸਿਰ ਦੁਖਦਾ, ਆਪਾਂ ਕਹਿੰਦੇ ਡੋਲੋ ਲੈ ਲਓ, ਤਾਂ ਕੰਪਿਊਟਰ ਵੀ ਉਹ ਕੰਮ ਕਰ ਸਕਦਾ, ਤਾਂ ਉਹਨੂੰ ਬੋਲ ਦਿੰਦੇ ਆ ਐਕਸਪਰਟ ਸਿਸਟਮ। ਤਾਂ ਇਹ 1970 ਦੇ ਵਿੱਚ ਬਣਿਆ, ਵੈਸੇ ਨਹੀਂ ਲੋੜ ਨਹੀਂ, ਨੌਲੇਜ ਦੇ ਲਈ ਜਿਹੜਾ ਬੰਦਾ ਜਾਣਨਾ ਚਾਹੁੰਦਾ ਉਹ ਚੀਜ਼ਾਂ ਜਾਣ ਸਕਦਾ ਹੈ। ਤੇ ਬਹੁਤ ਸਾਰੇ ਐਕਸਪਰਟ ਸਿਸਟਮ ਨੇ ਜਿਹੜੇ ਰੀਅਲ ਲਾਈਫ 'ਚ ਹੈਗੇ ਨੇ, ਜਿਵੇਂ ਪਿਪ ਹੈ 1970 'ਚ ਬਣਿਆ, ਠੀਕ ਹੈ, ਕੀ ਇਹਦਾ ਨਾਮ ਹੈ, ਪ੍ਰੈਸਟਨ ਇਲਨੈਸ ਪ੍ਰੋਗਰਾਮ। ਮਾਈਸਿਨ ਹੈ, ਮਾਈਸਿਨ ਬਹੁਤ ਇੰਪੋਰਟੈਂਟ ਅੱਜ ਕੱਲ੍ਹ ਬੜਾ ਚੱਲ ਰਿਹਾ ਹੈ। ਕੈਡਿਟ ਹੈ, ਕੈਂਸਰ ਡਿਸੀਜਨ ਸਪੋਰਟਸ ਟੂਲ, ਠੀਕ ਹੈ। ਇਹ ਕੀ ਕਰਦੇ ਨੇ, ਐਕਸਪਰਟ ਸਿਸਟਮ ਨੇ, ਕਿ ਕਿਸੇ ਐਕਸਪਰਟ ਦੀ ਨੌਲੇਜ ਕੰਪਿਊਟਰ ਦੇ ਵਿੱਚ ਪਾਈ ਗਈ, ਉਹਨੂੰ ਐਕਸਪਰਟ ਸਿਸਟਮ ਬੋਲ ਦਿੰਦੇ ਆ। ਤੇ ਬਿਜ਼ਨਸ ਇਨਫੋਰਮੇਸ਼ਨ ਸਿਸਟਮ ਕੀ ਹੁੰਦਾ ਹੈ, ਬਿਜ਼ਨਸ ਇਨਫੋਰਮੇਸ਼ਨ ਸਿਸਟਮ ਪ੍ਰੋਵਾਈਡਸ ਇਨਫੋਰਮੇਸ਼ਨ ਦੈਟ ਆਰਗੇਨਾਈਜੇਸ਼ਨ ਯੂਜ਼ਡ ਟੂ ਮੈਨੇਜ ਦੈਮਸੈਲਫ ਐਫੀਸ਼ੀਐਂਟਲੀ ਐਂਡ ਇਫੈਕਟਿਵਲੀ, ਟਿਪੀਕਲੀ ਯੂਜ਼ਿੰਗ ਕੰਪਿਊਟਰ ਸਿਸਟਮ ਐਂਡ ਟੈਕਨੋਲੋਜੀ। ਕੋਈ ਬਿਜ਼ਨਸ ਨੂੰ ਮੇਨਟੇਨ ਕਰਨ ਦੇ ਲਈ ਜਿਹੜਾ ਸਿਸਟਮ ਬਣਦਾ ਹੈ, ਬਿਜ਼ਨਸ ਇਨਫੋਰਮੇਸ਼ਨ ਸਿਸਟਮ। ਸਟ੍ਰੈਟੇਜਿਕ ਇਨਫੋਰਮੇਸ਼ਨ ਸਿਸਟਮ ਵੀ ਉਹੀ ਚੀਜ਼ ਹੁੰਦੀ ਹੈ ਵੀ ਨਵੀਆਂ ਸਟ੍ਰੈਟਜੀ ਕਰਨੀਆਂ, ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਡਕਸ਼ਨ ਕਰੀਏ ਅਸੀਂ, ਪੁਰਾਣੇ ਡੇਟਾ ਨੂੰ ਐਨਾਲਿਸਿਸ ਕਰਕੇ। ਜਿਵੇਂ ਐਮਾਜ਼ੋਨ ਆਪਦੇ ਪੁਰਾਣੇ ਡੇਟਾ ਦੇ ਵਿੱਚ ਦਸੰਬਰ ਦੇ ਵਿੱਚ ਦੇਖੇ ਵੀ ਕਿਹੜੀ ਸੇਲ ਜ਼ਿਆਦਾ ਸੀ, ਉਹਦੇ ਬੇਸ ਤੇ ਆਉਣ ਵਾਲੇ ਦਸੰਬਰ ਦੀਆਂ ਸਟ੍ਰੈਟਜੀਸ ਬਣਨਗੀਆਂ, ਉਹ ਹੁੰਦਾ ਸਟ੍ਰੈਟੇਜਿਕ ਇਨਫੋਰਮੇਸ਼ਨ ਸਿਸਟਮ। ਤਾਂ ਆਨਸਰ ਇਹਦਾ ਸੀਗਾ ਡੀ ਆਪਣੇ ਕੋਲ, ਠੀਕ ਆ। ਅਗਲਾ ਕੁਐਸਚਨ ਹੈ ਜੀ, a system that responds to changes in the environment and modified its operation accordingly is known as। ਇੱਕ ਉਹ ਵਾਲਾ ਸਿਸਟਮ ਜਿਹੜਾ এনवायरमेंट ਦੇ ਵਿੱਚ ਆਪਣੇ ਆਪ ਰਿਸਪੌਂਡ ਕਰਦਾ ਹੈ ਤੇ ਉਹਦੇ ਹਿਸਾਬ ਨਾਲ ਚੇਂਜ ਹੋ ਜਾਂਦਾ, ਉਹ ਕਿਹੜਾ ਸਿਸਟਮ ਹੁੰਦਾ ਹੈ? ਸੌਫਟ ਸਿਸਟਮ ਨਹੀਂ, ਡਿਟਰਮਿਨਿਸਟਿਕ ਸਿਸਟਮ ਵੀ ਨਹੀਂ, ਪ੍ਰੋਬੈਬਿਲਿਸਟਿਕ ਸਿਸਟਮ ਵੀ ਨਹੀਂ, ਅਡਾਪਟਿਵ ਸਿਸਟਮ। ਨਾਮ 'ਚ ਹੀ ਹੈ ਵੀ ਅਡਾਪਟ ਕਰ ਗਿਆ ਸਿਚੁਏਸ਼ਨਾਂ ਦੇ ਹਿਸਾਬ ਦੇ ਨਾਲ, ਠੀਕ ਹੈ। ਅਡਾਪਟਿਵ ਸਿਸਟਮ ਦੈਟ ਇਜ਼ ਏਬਲ ਟੂ ਅਡਾਪਟ ਦੀ ਬਿਹੇਵੀਅਰ ਅਕੋਰਡਿੰਗ ਟੂ ਚੇਂਜ। ਹੁਣ ਜਿਹੜਾ ਰੋਬੋਟ ਹੈ ਨਾ, ਜਿਵੇਂ ਹੁਣ ਇਨਸਾਨ ਆ, ਅਸੀਂ ਅਡਾਪਟਿਵ ਆ, ਅਸੀਂ ਕਿਤੇ ਬਾਹਰ ਚੱਲੇ ਆ, ਜਿਵੇਂ ਅੱਜ ਕੱਲ੍ਹ ਅੱਗਾਂ ਬੜੀਆਂ ਲੱਗ ਰਹੀਆਂ ਨੇ ਹੈ ਨਾ, ਜਦੋਂ ਕਿਤੇ ਅੱਗ ਲੱਗੀ ਹੁੰਦੀ ਅਸੀਂ ਸਪੀਡ ਸਲੋ ਕਰ ਲੈਂਦੇ ਹਾਂ, ਸ਼ੀਸ਼ੇ ਬੰਦ ਕਰ ਲੈਂਦੇ, ਸਿਸਟਮ ਦੇ ਹਿਸਾਬ ਨਾਲ ਅਡਾਪਟ ਹੋ ਗਏ। ਬਟ ਕੰਪਿਊਟਰ ਸੀ ਜਿਹੜਾ ਰੋਬੋਟ ਬਣੇ ਸੀ ਪੁਰਾਣੇ, ਉਹ ਅਡਾਪਟਿਵ ਨਹੀਂ ਸੀ। ਜੇ ਕਿਤੇ ਅੱਗ ਲੱਗੀ ਆਪਾਂ ਭੱਜ ਲੈਂਦੇ ਸੀ, ਟੋਆ ਆ ਗਿਆ ਆਪਾਂ ਪਾਸੇ ਹੋ ਜਾਂਦੇ ਸੀ। ਜਿਹੜੇ ਮਸ਼ੀਨਾਂ ਬਣਾਈਆਂ ਸੀ, ਰੋਬੋਟ ਬਣਾਏ ਸੀ, ਉਹ ਅਡਾਪਟਿਵ ਨਹੀਂ ਸੀ, ਉਹ ਟੋਆ ਆ ਗਿਆ ਵਿੱਚ ਡਿੱਗ ਪੈਂਦੇ ਸੀ, ਜੇ ਅੱਗ ਲੱਗੀ ਬਿਜਲੀ ਲੰਘ ਜਾਂਦੀ ਸੀ। ਤਾਂ ਅੱਜ ਕੱਲ੍ਹ ਉਹਨਾਂ ਦੇ ਵਿੱਚ AI ਪਾਇਆ ਜਾ ਰਿਹਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਹਦੇ ਦੁਆਰਾ ਇੰਟੈਲੀਜੈਂਸ ਤਾਂ ਕੀਤੀ ਜਾ ਰਹੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਕੀਤੀ ਜਾ ਰਹੀ ਹੈ, ਜਿਹਦੇ ਦੁਆਰਾ ਕਿ ਉਹਨਾਂ ਨੂੰ ਕੀ ਕੀਤਾ ਜਾ ਸਕੇ, ਅਡਾਪਟਿਵ ਬਣਾਇਆ ਜਾ ਸਕੇ। ਤਾਂ ਅਡਾਪਟਿਵ ਸਿਸਟਮ ਇਹਦਾ ਆਨਸਰ ਆ ਜਾਊਗਾ, ਠੀਕ ਹੈ ਜੀ। ਅਗਲਾ, ਇਫ ਯੂ ਵਾਂਟ ਟੂ, ਆ ਦੇਖੋ ਕੁਐਸਚਨ ਆ ਗਿਆ, ਇਫ ਯੂ ਵਾਂਟ ਟੂ ਲੋਗੋ ਟੂ, ਆ ਵੈਸੇ ਸਟੇਟਮੈਂਟ ਨਹੀਂ ਠੀਕ ਹੈਗੀ, ਇਫ ਯੂ ਵਾਂਟ ਦੈਟ ਸ਼ਾਇਦ ਆਉਣਾ ਸੀ, ਦੈਟ ਲੋਗੋ ਟੂ, ਚਲੋ ਛੱਡੋ ਯਾਰ ਇਹਨੂੰ ਛੱਡੋ। ਕਹਿੰਦਾ ਇਫ ਯੂ ਵਾਂਟ the logo to appear on every slide in presentation you should include it on the,
ਕਹਿੰਦਾ ਤੁਸੀਂ ਚਾਹੁੰਦੇ ਹੋ ਲੋਗੋ ਜਿਹੜਾ ਹਰੇਕ ਸਲਾਈਡ ਤੇ ਆਵੇ, ਤੁਸੀਂ ਕਿੱਥੇ ਉਹਨੂੰ ਐਡ ਕਰੋਗੇ? ਸਲਾਈਡ ਟੈਂਪਲੇਟ ਤੇ, ਸਲਾਈਡ ਮਾਸਟਰ ਤੇ, ਸਲਾਈਡ ਡਾਕੂਮੈਂਟ ਤੇ ਸਲਾਈਡ ਫਾਈਲ ਤੇ। ਇਹ ਮੈਂ ਦੱਸ ਦਿੰਦਾ ਤੁਹਾਨੂੰ। ਵਿਊ ਦੇ ਵਿੱਚ ਜਾਵਾਂਗੇ ਆਪਾਂ, ਵਿਊ ਦੇ ਵਿੱਚ ਆਪਾਂ ਕਲਿੱਕ ਕਰਾਂਗੇ ਸਲਾਈਡ ਮਾਸਟਰ ਤੇ। ਆ ਦੇਖੋ ਸਲਾਈਡ ਮਾਸਟਰ ਖੁੱਲ ਗਿਆ ਨਾ। ਸਲਾਈਡ ਮਾਸਟਰ ਦੇ ਵਿੱਚ ਵੀ ਬਹੁਤ ਕੁਛ ਆ, ਦੇਖੋ ਇਨਸਰਟ ਸਲਾਈਡ ਮਾਸਟਰ, ਇਨਸਰਟ ਲੇਆਊਟ, ਬਹੁਤ ਸਾਰੀਆਂ ਚੀਜ਼ਾਂ ਨੇ ਹਨਾ। ਤਾਂ ਇੱਥੋਂ ਹੀ ਆਪਾਂ ਉਸ ਤੋਂ ਬਾਅਦ ਆਪਾਂ ਇਨਸਰਟ ਟੈਬ ਦੇ ਵਿੱਚ ਜਾ ਕੇ ਇੱਕ ਆਪਾਂ ਸ਼ੇਪ ਇਨਸਰਟ ਕਰ ਦਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਕਲੋਜ਼ ਕਰ ਦਾਂਗੇ। ਤਾਂ ਇਹ ਸਾਰੀਆਂ ਸਲਾਈਡਸ ਤੇ ਸਾਡੇ ਕੋਲ ਇਹ ਕੀ ਆ ਜਾਊਗਾ? ਲੋਗੋ ਆ ਜਾਊਗਾ। ਇਹ ਲੋਗੋ ਆ, ਮੈਂ ਸਾਰੀਆਂ ਤੇ ਲਾਇਆ। ਵੈਸੇ ਤਾਂ ਬਾਕਸ ਹੀ ਡਰਾਅ ਕੀਤਾ, ਇਹਦੇ ਵਿੱਚ ਕੁਝ ਵੀ ਤੁਸੀਂ ਆਪਦਾ ਲੋਗੋ ਬਣਾ ਸਕਦੇ ਹੋ। ਠੀਕ ਹੈ, ਤਾਂ ਫਿਰ ਇਹਦਾ ਆਨਸਰ ਕੀ ਹੈ? ਸਲਾਈਡ ਮਾਸਟਰ। ਯਾਦ ਰੱਖਣਾ ਵੀ। ਠੀਕ ਹੈ, ਕੁਐਸਚਨ ਮੈਨੂੰ ਲੱਗਦਾ ਹੈ ਖਤਮ ਹੋ ਗਏ। ਸੋ ਇਹ ਸੀਗੇ ਪੰਜਾਬ ਕੋਆਪਰੇਟਿਵ ਬੈਂਕ 2016 ਦੇ ਕੁਐਸਚਨ। ਆਈ ਹੋਪ ਕਿ ਤੁਹਾਨੂੰ ਚੀਜ਼ਾਂ ਸਮਝ ਆਈਆਂ ਹੋਣਗੀਆਂ ਤੇ ਬਾਕੀ ਸਟੂਡੈਂਟ ਦੇ ਨਾਲ ਵੀ ਤੁਸੀਂ ਸ਼ੇਅਰ ਕਰੋ, ਕਿਉਂਕਿ ਮੈਨੂੰ ਕਮੈਂਟ ਆਉਂਦੇ ਨੇ ਵੀ ਤੁਹਾਡੇ ਲੇਟ ਮਿਲਦੀਆਂ ਨੇ ਚੀਜ਼ਾਂ। ਠੀਕ ਹੈ, ਤਾਂ ਦੋਸਤਾਂ ਮਿੱਤਰਾਂ ਤੱਕ ਤੁਸੀਂ ਪਹੁੰਚਾਉਣੀਆਂ ਨੇ। ਸੋ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।